ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਜੀਕੇ ਅਕੈਡਮੀ ਪੰਜਾਬ ਦੇ ਵਿੱਚ। ਅੱਜ ਆਪਾਂ ਤੁਹਾਡੇ ਲਈ ਪੋਲਿਟੀ ਦੀ ਕਲਾਸ ਨੰਬਰ 13 ਲੈ ਕੇ ਆਏ ਹਾਂ ਜੀ। ਇਸ ਤੋਂ ਪਹਿਲਾਂ ਆਪਾਂ 12 ਕਲਾਸਾਂ ਕੀਤੀਆਂ ਨੇ, ਜੇ ਤੁਸੀਂ ਉਹ ਨਹੀਂ ਦੇਖੀਆਂ ਤਾਂ ਉਹ ਦੇਖ ਲਓ, ਠੀਕ ਹੈ ਜੀ। ਇਸ ਤੋਂ ਪਹਿਲਾਂ ਆਪਾਂ 11 ਤੇ 12 ਨੰਬਰ ਕਲਾਸ ਦੇ ਵਿੱਚ ਪ੍ਰੈਜ਼ੀਡੈਂਟ ਟੌਪਿਕ ਬਹੁਤ ਹੀ ਡਿਟੇਲ ਦੇ ਵਿੱਚ ਕੀਤਾ ਸੀ, ਠੀਕ ਆ। ਸੋ ਅੱਜ ਆਪਾਂ ਵਾਈਸ ਪ੍ਰੈਜ਼ੀਡੈਂਟ ਦਾ ਟੌਪਿਕ ਕਰਾਂਗੇ ਤੇ ਨਾਲ ਆਪਾਂ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਦੇ ਆਪਣੇ ਜੋ MCQ ਬਣਦੇ ਨੇ ਉਹ ਕਰਾਂਗੇ, ਠੀਕ ਹੈ ਜੀ। ਸੋ ਆਪਣੇ ਸੰਵਿਧਾਨ ਦਾ ਨਾ ਜਿਹੜਾ ਪਾਰਟ ਪੰਜਵਾਂ ਪਾਰਟ ਆ ਉਹਦੇ ਵਿੱਚ ਦਾ ਯੂਨੀਅਨ ਆ ਤੇ ਇਹਦੇ ਜਿਹੜੇ ਯੂਨੀਅਨ ਦੇ ਐਗਜ਼ੀਕਿਊਟਿਵ ਨੇ, ਠੀਕ ਆ ਜੀ, ਜੋ ਕਿ ਆਰਟੀਕਲ 52 ਤੋਂ ਲੈ ਕੇ 78 ਤੱਕ ਦਰਜ ਨੇ, ਠੀਕ ਆ ਜੀ। ਸੋ ਇਹ ਆਪਾਂ ਸਾਰੇ ਡਿਟੇਲ ਦੇ ਵਿੱਚ ਕਰ ਰਹੇ ਹਾਂ, ਠੀਕ ਆ ਜੀ। ਸੋ ਅੱਜ ਆਪਾਂ ਆਰਟੀਕਲ ਨੰਬਰ 63 ਤੋਂ ਸ਼ੁਰੂ ਕਰਾਂਗੇ, ਠੀਕ ਆ ਜੀ। ਸੋ 62 ਨੰਬਰ ਆਰਟੀਕਲ ਤੱਕ ਆਪਾਂ ਪਹਿਲਾਂ ਕਰ ਚੁੱਕੇ ਹਾਂ, ਠੀਕ ਆ ਜੀ। ਹੁਣ ਆਪਾਂ ਸ਼ੁਰੂ ਕਰੀਏ ਜੀ ਅੱਜ ਦੀ ਆਪਣੀ ਕਲਾਸ ਦਾ। ਆਪਣਾ ਪਹਿਲਾ ਜਿਹੜਾ ਆਪਣਾ ਵਾਈਸ ਪ੍ਰੈਜ਼ੀਡੈਂਟ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ, ਠੀਕ ਆ ਜੀ। ਜਿਹੜਾ ਉਪ ਰਾਸ਼ਟਰਪਤੀ ਹੁੰਦਾ ਨਾ, ਵਾਈਸ ਪ੍ਰੈਜ਼ੀਡੈਂਟ, ਉਹ ਦੇਸ਼ ਦਾ ਸਭ ਤੋਂ ਜਿਹੜੇ ਉੱਚੇ ਅਹੁਦੇ ਹੁੰਦਾ ਵਾ, ਦੂਜੇ ਸਭ ਤੋਂ ਉੱਚੇ ਅਹੁਦੇ ਤੇ ਕਾਬਜ ਆ। ਜਾਣੀ ਕਿ ਇਹਦੇ ਵਿੱਚ ਆਪਾਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਜਿਹੜਾ ਵਾਈਸ ਪ੍ਰੈਜ਼ੀਡੈਂਟ ਹੁੰਦਾ ਉਹ 1 ਨੰਬਰ ਦੇ ਉੱਤੇ ਪੋਜੀਸ਼ਨ ਬਣਦੀ ਆ ਤੇ ਵਾਈਸ ਪ੍ਰੈਜ਼ੀਡੈਂਟ ਦੀ 2 ਨੰਬਰ ਦੇ ਉੱਤੇ ਪੋਜੀਸ਼ਨ ਬਣਦੀ ਆ, ਠੀਕ ਆ ਜੀ। ਸੋ ਉਹਦੇ ਵਿੱਚ ਇਹਨਾਂ ਨੇ ਕਿਹਾ ਵਾ ਜੀ, ਕਹਿੰਦਾ ਜੀ ਭਾਰਤ ਦੇ ਰਾਸ਼ਟਰਪਤੀ ਦਾ ਦਰਜਾ ਸਾਰਿਆਂ ਤੋਂ ਉੱਪਰ ਹੁੰਦਾ ਵਾ 1 ਨੰਬਰ ਤੋਂ, ਜਿਹੜਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਤਾ ਹੋਇਆ, ਠੀਕ ਆ ਜੀ। ਸੋ ਇਹ ਦਫ਼ਤਰ ਜਿਹੜਾ ਹੁੰਦਾ ਵਾ ਨਾ, ਜਿਹੜਾ ਇਹ ਵਾਈਸ ਪ੍ਰੈਜ਼ੀਡੈਂਟ ਦਾ ਦਫ਼ਤਰ ਤਿਆਰ ਕੀਤਾ ਵਾ, ਵਾਈਸ ਪ੍ਰੈਜ਼ੀਡੈਂਟ ਦੀ ਪੋਸਟ ਤਿਆਰ ਕੀਤੀ ਗਈ ਆ, ਇਹ ਅਮਰੀਕੀ ਤਰਜ਼ ਤੇ ਆ, ਠੀਕ ਆ। USA ਦੇ ਵਿੱਚ ਵੀ ਵਾਈਸ ਪ੍ਰੈਜ਼ੀਡੈਂਟ ਹੁੰਦਾ, ਬਟ ਇੰਡੀਆ ਦੇ ਪ੍ਰੈਜ਼ੀਡੈਂਟ ਤੇ ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ ਤੇ USA ਦੇ ਵਾਈਸ ਪ੍ਰੈਜ਼ੀਡੈਂਟ ਦੇ ਵਿੱਚ ਬਹੁਤ ਫਰਕ ਆ, ਠੀਕ ਆ ਜੀ। ਉਹ ਆਪਾਂ ਅੱਗੇ ਕਰਾਂਗੇ ਕੀ ਫਰਕ ਆ ਇਹਦੇ 'ਚ, ਠੀਕ ਆ ਜੀ। ਸੋ ਦੇਖੋ ਜੀ, ਅਸਲ ਦੇ ਵਿੱਚ ਪਤਾ ਕੀ ਹੋਇਆ ਸੀ, ਅਸਲ ਦੇ ਵਿੱਚ ਇਹ ਜਿਹੜੀ ਵਾਈਸ ਪ੍ਰੈਜ਼ੀਡੈਂਟ ਦੇ ਉੱਤੇ ਜ਼ਿਆਦਾ ਫੋਕਸ ਨਹੀਂ ਕੀਤਾ ਗਿਆ। ਐਕਚੁਅਲ ਦੇ ਵਿੱਚ ਵਾਈਸ ਪ੍ਰੈਜ਼ੀਡੈਂਟ ਇਸ ਲਈ ਹੀ ਪੋਸਟ ਬਣਾਈ ਸੀ ਕਿਉਂਕਿ ਅਗਰ ਬਾਈ ਚਾਂਸ ਕਿਤੇ ਪ੍ਰੈਜ਼ੀਡੈਂਟ ਰਿਜ਼ਾਈਨ ਕਰ ਦੇਵੇ, ਠੀਕ ਆ ਜੀ, ਪ੍ਰੈਜ਼ੀਡੈਂਟ ਦੀ ਮੌਤ ਹੋ ਜਾਵੇ ਜਾਂ ਪ੍ਰੈਜ਼ੀਡੈਂਟ ਕਿਸੇ ਕਾਰਨ ਕਰਕੇ ਆਪਦੇ ਦਫ਼ਤਰ ਦੇ ਵਿੱਚ ਉਪਲਬਧ ਨਾ ਹੋਵੇ, ਠੀਕ ਆ। ਸੋ ਆਪਾਂ ਦੇਖਿਆ ਸੀ ਕਿ ਆਪਾਂ ਪਿਛਲੀਆਂ ਕਲਾਸਾਂ ਦੇ ਵਿੱਚ ਪੜ੍ਹਿਆ ਸੀ ਕਿ ਪ੍ਰੈਜ਼ੀਡੈਂਟ ਨੂੰ ਕਾਫੀ ਜ਼ਿਆਦਾ ਇੱਦਾਂ ਦੇ ਕੰਮ ਹੁੰਦੇ ਨੇ, ਜਿੱਦਾਂ ਕਿ ਕੋਈ ਬਿੱਲ ਵੀ ਜਾਂਦਾ ਵਾ ਤਾਂ ਪ੍ਰੈਜ਼ੀਡੈਂਟ ਦੀ ਜਿਹੜੀ ਮਨਜ਼ੂਰੀ ਤੋਂ ਬਿਨਾਂ, ਪ੍ਰੈਜ਼ੀਡੈਂਟ ਦੇ ਦਸਤਖਤ ਤੋਂ ਬਿਨਾਂ ਉਹ ਐਕਟ ਨਹੀਂ ਬਣਦਾ ਹੋਗਾ, ਠੀਕ ਆ ਜੀ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਆਪਣੀਆਂ, ਇਹਦੇ ਲਈ ਇਹਨਾਂ ਨੇ ਵਾਈਸ ਪ੍ਰੈਜ਼ੀਡੈਂਟ ਦੀ ਪੋਸਟ ਕ੍ਰੀਏਟ ਕੀਤੀ ਸੀਗੀ, ਠੀਕ ਆ ਜੀ। ਸੋ ਅੱਗੇ ਆਪਾਂ ਪੜ੍ਹਾਂਗੇ ਕਿ ਵਾਈਸ ਪ੍ਰੈਜ਼ੀਡੈਂਟ ਲਈ ਕੀ ਸ਼ਰਤਾਂ ਨੇ, ਠੀਕ ਆ ਜੀ। ਸੋ ਨੈਕਸਟ ਆਪਾਂ ਗੱਲ ਕਰੀਏ ਇਹਦਾ, ਜਿਹੜੀ ਇਹਦੀ ਟਰਮ ਹੁੰਦੀ ਆ ਨਾ, 5 ਸਾਲ ਟਰਮ ਹੁੰਦੀ ਆ। ਜਿੱਦਾਂ ਆਪਣੀ ਪ੍ਰੈਜ਼ੀਡੈਂਟ ਦੀ ਟਰਮ ਹੁੰਦੀ ਆ, ਉਨਾ ਹੀ ਟਰਮ ਇਹਦੀ ਵਾਈਸ ਪ੍ਰੈਜ਼ੀਡੈਂਟ ਦੀ ਹੁੰਦੀ ਆ, ਠੀਕ ਆ ਜੀ। ਸੋ ਜਿਹੜਾ ਅਸਤੀਫਾ ਕਿਹਨੂੰ ਸੌਂਪਦਾ ਵਾ, ਇਹ ਅਸਤੀਫਾ ਸੌਂਪਦਾ ਵਾ ਆਪਦਾ ਰਾਸ਼ਟਰਪਤੀ ਨੂੰ, ਠੀਕ ਆ। ਭਾਰਤ ਦੇ ਰਾਸ਼ਟਰਪਤੀ ਨੂੰ ਆਪਦਾ ਅਸਤੀਫਾ ਦੇਊਗਾ ਜੇਕਰ ਇਹਨੇ ਅਸਤੀਫਾ ਦੇਣਾ ਵਾ, ਠੀਕ ਆ ਜੀ। ਨੈਕਸਟ ਆ ਗਿਆ ਜੀ ਸਾਡਾ, ਹਾਂਜੀ, ਆਰਟੀਕਲ 63 ਸਾਨੂੰ ਕੀ ਕਹਿੰਦਾ, ਠੀਕ ਹੈ ਜੀ। ਹੁਣ ਆਰਟੀਕਲ 63 ਪੇਪਰ ਦੇ ਵਿੱਚ ਸਿੱਧਾ ਕੁਐਸਚਨ ਹੁੰਦਾ ਕਿ ਭਾਰਤ ਦਾ ਇੱਕ ਉਪ ਰਾਸ਼ਟਰਪਤੀ ਹੋਏਗਾ, ਉਹ ਕਿਹੜੇ ਆਰਟੀਕਲ ਦੇ ਵਿੱਚ ਦਰਜ ਆ, ਠੀਕ ਹੈ। ਆਰਟੀਕਲ 63 ਯਾਦ ਕਰਨਾ ਤੁਸੀਂ, ਠੀਕ ਹੈ ਜੀ। ਆਰਟੀਕਲ 64 ਦੇ ਵਿੱਚ ਕੀ ਲਿਖਿਆ ਆ, ਪੇਪਰ ਦੇ ਵਿੱਚ ਮੋਸਟ ਰਿਪੀਟਡ ਕੁਐਸਚਨ ਆ, ਜਿਹੜਾ ਮਰਜ਼ੀ ਪੇਪਰ ਤੁਸੀਂ ਚੱਕ ਲਓ। ਕਹਿੰਦਾ ਜੀ ਉਪ ਰਾਸ਼ਟਰਪਤੀ ਜਿਹੜਾ ਹੁੰਦਾ, ਵਾਈਸ ਪ੍ਰੈਜ਼ੀਡੈਂਟ ਹੁੰਦਾ, ਐਕਸ ਅਫੀਸ਼ੀਓ ਚੇਅਰਮੈਨ ਹੁੰਦਾ ਰਾਜ ਸਭਾ ਦਾ, ਠੀਕ ਹੈ ਜੀ। ਐਕਸ ਅਫੀਸ਼ੀਓ ਚੇਅਰਮੈਨ ਦਾ ਮਤਲਬ ਕੀ ਹੁੰਦਾ, ਇਹਦਾ ਮਤਲਬ ਇਹ ਹੁੰਦਾ ਵਾ ਕਿ ਜਿਸ ਤਰ੍ਹਾਂ ਜਿਹੜਾ ਜਿੱਦਾਂ ਕਿ ਰਾਜ ਸਭਾ ਹੋਗੀ, ਠੀਕ ਹੈ ਆਪਣੀ, ਉਹਦੇ ਵਿੱਚ ਇੱਕ ਚੇਅਰਮੈਨ ਹੋਏਗਾ, ਠੀਕ ਹੈ ਜੀ। ਚੇਅਰਮੈਨ ਜ਼ਰੂਰੀ ਨਹੀਂ ਕਿ ਉਹ ਅਲੱਗ ਤੋਂ ਇਲੈਕਟ ਹੋ ਕੇ ਨਹੀਂ ਆਏਗਾ, ਠੀਕ ਹੈ। ਜਿਹੜਾ ਵਾਈਸ ਪ੍ਰੈਜ਼ੀਡੈਂਟ ਹੋਏਗਾ, ਠੀਕ ਹੈ, ਜਿਹੜਾ ਵਾਈਸ ਪ੍ਰੈਜ਼ੀਡੈਂਟ ਹੋਏਗਾ ਉਹ ਆਟੋਮੈਟਿਕਲੀ ਰਾਜ ਸਭਾ ਦਾ ਚੇਅਰਮੈਨ ਬਣ ਜਾਏਗਾ, ਠੀਕ ਹੈ ਜੀ। ਸੋ ਇਹ ਆਪਣਾ ਹੋ ਗਿਆ, ਠੀਕ ਹੈ ਜੀ। ਇਹ ਵਾਲਾ ਕੁਐਸਚਨ ਬਹੁਤ ਵਾਰ ਰਿਪੀਟ ਹੋਇਆ, ਮੈਂ ਬਾਰ-ਬਾਰ ਕਹਿ ਰਿਹਾ ਤੁਹਾਨੂੰ, ਇਹ ਕੁਐਸਚਨ ਨਾ ਭੁੱਲਿਓ। ਇਹਦਾ ਤੁਸੀਂ ਅਨੁਛੇਦ ਆਰਟੀਕਲ ਵੀ ਯਾਦ ਕਰਨਾ ਤੇ ਇਹ ਵੀ ਯਾਦ ਕਰਨਾ ਕਿ ਕੌਣ ਹੁੰਦਾ ਵਾ, ਠੀਕ ਆ, ਉਪ ਰਾਸ਼ਟਰਪਤੀ ਹੁੰਦਾ ਵਾਈਸ ਪ੍ਰੈਜ਼ੀਡੈਂਟ, ਠੀਕ ਹੈ ਜੀ। ਅੱਗੇ ਆ ਗਏ ਜੀ ਸਾਡਾ, ਹਾਂਜੀ, ਦਫ਼ਤਰ 'ਚ ਆਰਟੀਕਲ ਨੰਬਰ 65 ਕੀ ਕਹਿੰਦਾ, 65 ਕਹਿੰਦਾ ਜੀ ਜਦੋਂ ਦਫ਼ਤਰ ਦੇ ਵਿੱਚ ਖਾਲੀ ਥਾਂ ਦੀ ਸਥਿਤੀ ਹੋ ਜਾਂਦੀ ਆ, ਠੀਕ ਆ, ਰਾਸ਼ਟਰਪਤੀ ਦੀ, ਠੀਕ ਆ, ਰਾਸ਼ਟਰਪਤੀ ਦੀ ਜੇਕਰ ਮੰਨ ਲਓ ਖਾਲੀ ਥਾਂ ਹੋ ਗਈ, ਠੀਕ ਆ, ਰਾਸ਼ਟਰਪਤੀ ਨਹੀਂ ਉਪਲਬਧ, ਠੀਕ ਆ, ਕਿਸੇ ਕਾਰਨ ਕਰਕੇ, ਤਾਂ ਜਿਹੜਾ ਉਪ ਰਾਸ਼ਟਰੀ ਹੁੰਦਾ ਵਾ, ਉਪ ਰਾਸ਼ਟਰਪਤੀ ਰਾਸ਼ਟਰਪਤੀ ਦੇ ਤੌਰ ਦੇ ਉੱਤੇ ਕੰਮ ਕਰੂਗਾ। ਕਾਰਨ ਕੀ ਉਹ ਰਾਸ਼ਟਰਪਤੀ ਕਿਉਂ ਨਹੀਂ ਉਪਲਬਧ ਹੋਊਗਾ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਕਹਿੰਦਾ ਕਿ ਉਹਨੇ ਅਸਤੀਫਾ ਦਿੱਤਾ, ਉਹਦੀ ਇੰਪੀਚਮੈਂਟ ਚੱਲ ਰਹੀ ਆ ਜਾਂ ਉਹਦੀ ਆਪਣੀ ਮੌਤ ਹੋ ਗਈ ਹੋਈ ਆ, ਠੀਕ ਆ, ਜਾਂ ਕਿਸੇ ਵੀ ਕਾਰਨ ਕਰਕੇ ਰਾਸ਼ਟਰਪਤੀ ਆਪਦੀ ਪੋਸਟ ਦੇ ਉੱਤੇ ਨਹੀਂ ਹੈਗਾ, ਠੀਕ ਆ ਜੀ, ਤਾਂ ਉਪ ਰਾਸ਼ਟਰਪਤੀ ਉਹਦੀਆਂ ਸਾਰੀਆਂ ਭੂਮਿਕਾ ਨਿਭਾਊਗਾ। ਬਟ ਜ਼ਿਆਦਾ ਟਾਈਮ ਲਈ ਲੈਂਦੇ ਨੇ, ਇੱਦਾਂ ਨਹੀਂ ਕਿ ਜੇ 2 ਸਾਲ ਮੰਨ ਲਓ 5 ਸਾਲ ਦਾ ਕਾਰਜਕਾਲ ਆ, 3 ਸਾਲ ਆਪਣਾ ਰਾਸ਼ਟਰਪਤੀ ਆਪਦੇ ਅਹੁਦੇ ਦੇ ਉੱਤੇ ਰਿਹਾ, ਠੀਕ ਹੈ ਜੀ, ਬਾਅਦ ਵਿੱਚ ਉਹਦੀ ਕਿਸੇ ਕਾਰਨ ਕਰਕੇ ਉਹਦਾ ਅਹੁਦਾ ਚਲਿਆ ਗਿਆ, ਠੀਕ ਹੈ। ਇਸ ਤਰ੍ਹਾਂ ਨਹੀਂ ਕਿ ਉਹ 2 ਸਾਲ ਤੱਕ, ਫਿਰ ਆਖਰੀ ਜਿਹੜੇ 2 ਸਾਲ ਰਹਿ ਗਏ ਉਹ ਟਾਈਮ ਤੱਕ ਉਪ ਰਾਸ਼ਟਰਪਤੀ ਰਾਸ਼ਟਰਪਤੀ ਦੇ ਪੋਸਟ 'ਤੇ ਰਹੇਗਾ, ਇੱਦਾਂ ਨਹੀਂ ਹੋਵੇਗਾ। ਹਾਲਾਂਕਿ ਅਮਰੀਕਾ ਦੇ ਵਿੱਚ ਇੱਦਾਂ ਹੁੰਦਾ ਵਾ ਕਿ ਅਮਰੀਕਾ ਦੇ ਵਿੱਚ ਅਗਰ ਕਿਸੇ ਕਾਰਨ ਕਰਕੇ ਰਾਸ਼ਟਰਪਤੀ ਦੀ ਮੌਤ ਹੋ ਜਾਵੇ ਜਾਂ ਰਾਸ਼ਟਰਪਤੀ ਦੀ ਪੋਸਟ ਖਾਲੀ ਹੋ ਜਾਵੇ, ਤਾਂ ਜਿਹੜੀ ਉਪ ਰਾਸ਼ਟਰਪਤੀ ਹੁੰਦੀ ਆ, ਰਾਸ਼ਟਰਪਤੀ ਹੁੰਦਾ ਵਾ, ਤਾਂ ਜਿਹੜਾ ਉਸ ਦੀ ਪੋਸਟ ਨੂੰ, ਜਿਹੜੀ ਰਾਸ਼ਟਰਪਤੀ ਦਾ ਜਿਹੜੀ ਪੋਸਟ ਹੁੰਦੀ ਆ, ਉਹਨੂੰ ਉਦੋਂ ਤੱਕ ਸਰਵ ਕਰਦਾ ਜਦੋਂ ਤੱਕ ਉਹਦਾ ਕਾਰਜਕਾਲ ਖਤਮ ਨਹੀਂ ਹੁੰਦਾ। ਬਟ ਆਪਣੇ ਇੰਡੀਆ ਦੇ ਵਿੱਚ ਨਹੀਂ ਹੁੰਦਾ, ਠੀਕ ਹੈ ਜੀ। ਆਪਣੇ ਇੰਡੀਆ ਦੇ ਵਿੱਚ 6 ਮਹੀਨੇ ਦੇ ਅੰਦਰ ਇਲੈਕਸ਼ਨ ਕਰਵਾ ਕੇ, ਠੀਕ ਹੈ ਜੀ, ਰਾਸ਼ਟਰਪਤੀ ਨਿਯੁਕਤ ਕਰਨਾ ਹੀ ਪੈਂਦਾ, ਠੀਕ ਹੈ ਜੀ। ਹੁਣ ਰਾਸ਼ਟਰਪਤੀ ਦੇ ਤੌਰ 'ਤੇ ਕੰਮ ਕਰਨ ਜਾਂ ਰਾਸ਼ਟਰਪਤੀ ਦੇ ਕਾਰਜਾਂ ਨੂੰ ਚਲਾਉਣ ਸਮੇਂ ਉੱਪਰ ਰਾਸ਼ਟਰਪਤੀ ਰਾਜ ਸਭਾ ਦੇ ਚੇਅਰਮੈਨ ਦੇ ਫਰਜ਼ ਨਹੀਂ ਨਿਭਾਊਗਾ। ਜਦੋਂ ਮੰਨ ਲਓ ਉਸ ਟਾਈਮ ਦੇ ਉੱਤੇ ਰਾਸ਼ਟਰਪਤੀ ਦੀ ਕਿਸੇ ਕਾਰਨ ਕਰਕੇ ਉਪਲਬਧ ਨਹੀਂ ਗਾ, ਤਾਂ ਰਾਸ਼ਟਰਪਤੀ ਦੇ ਜਿਹੜੇ ਅਹੁਦੇ ਦੇ ਉੱਤੇ ਉਪ ਰਾਸ਼ਟਰਪਤੀ ਆ ਜਾਏਗਾ, ਤਾਂ ਉਪ ਰਾਸ਼ਟਰਪਤੀ ਉਹਦਾ ਨਹੀਂ ਉਹ ਲਾਏਗਾ, ਠੀਕ ਆ। ਸੋ ਜਿਹੜਾ ਵਾਈਸ ਚੇਅਰਪਰਸਨ ਹੋਏਗਾ, ਚੇਅਰਮੈਨ ਹੋਏਗਾ, ਉਹ ਉਹਦੀ ਫਿਰ ਰਾਜ ਸਭਾ ਦੇ ਚੇਅਰਮੈਨ ਦੀ ਭੂਮਿਕਾ ਨਿਭਾਏਗਾ, ਠੀਕ ਆ ਜੀ। ਅੱਗੇ ਚੱਲਾਂਗੇ ਜੀ ਆਪਾਂ।
ਹਾਂਜੀ ਆਰਟੀਕਲ 66 ਸਾਨੂੰ ਕੀ ਦਿੰਦਾ, ਠੀਕ ਹੈ ਜੀ, ਬਹੁਤ ਇੰਪੋਰਟੈਂਟ ਆਰਟੀਕਲ ਆ ਆਰਟੀਕਲ 66। ਆਰਟੀਕਲ 66 ਦੇ ਵਿੱਚ ਜ਼ਿਕਰ ਆ ਕਿ ਇਲੈਕਸ਼ਨ ਵਾਈਸ ਪ੍ਰੈਜ਼ੀਡੈਂਟ ਦੇ ਜਿਹੜੇ ਇਲੈਕਸ਼ਨ ਕਿੱਦਾਂ ਹੁੰਦੇ ਆ, ਇਹਦੀ ਨਾ ਥੋੜਾ ਜਿਹਾ ਵੱਖਰਾ ਵਾ, ਥੋੜਾ ਜਿਹਾ ਕਾਫੀ ਹੱਦ ਤੱਕ ਵੱਖਰਾ। ਆਪਾਂ ਪਿਛਲੀ ਕਲਾਸ ਦੇ ਵਿੱਚ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਪੜ੍ਹਿਆ ਸੀ, ਠੀਕ ਹੈ। ਜੇ ਤੁਸੀਂ ਉਹ ਕਲਾਸ ਨਹੀਂ ਦੇਖੀ ਉਹਨੂੰ ਦੇਖੋ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹਦਾ ਜਿਹੜਾ ਵਾਈਸ ਪ੍ਰੈਜ਼ੀਡੈਂਟ ਦਾ ਇਲੈਕਸ਼ਨ ਆ ਉਹ ਕਿਸ ਤਰ੍ਹਾਂ ਲੱਗਾ, ਠੀਕ ਹੈ ਜੀ। ਹੁਣ ਜੀ ਵਾਈਸ ਪ੍ਰੈਜ਼ੀਡੈਂਟ ਨੂੰ ਇੱਕ ਇਲੈਕਟੋਰਲ ਕਾਲਜ, ਠੀਕ ਹੈ ਜੀ, ਇਲੈਕਟੋਰਲ ਕਾਲਜ ਦੇ ਮੈਂਬਰਾਂ ਦੁਆਰਾ ਸਿੱਧੇ ਤੌਰ ਤੇ, ਠੀਕ ਹੈ, ਇਸ ਸਿੱਧੇ ਮਤਲਬ ਕਿ ਇਨਡਾਇਰੈਕਟਲੀ ਚੁਣਿਆ ਜਾਂਦਾ ਵਾ, ਜਿਹਦੇ ਵਿੱਚ ਲੋਕ ਸਭਾ ਤੇ ਰਾਜ ਸਭਾ ਦੋਵਾਂ ਦੇ ਸਾਰੇ ਮੈਂਬਰ, ਬਸ ਇਹ ਯਾਦ ਕਰ ਲਓ ਤੁਸੀਂ, ਹੋਰ ਤੁਹਾਨੂੰ ਕੁਝ ਯਾਦ ਕਰਨ ਦੀ ਲੋੜ ਨਹੀਂ। ਲੋਕ ਸਭਾ ਤੇ ਰਾਜ ਸਭਾ ਦੇ ਸਾਰੇ ਮੈਂਬਰ, ਚਾਹੇ ਉਹ ਨੋਮੀਨੇਟਡ ਹੋਣ, ਠੀਕ ਹੈ ਜੀ, ਚਾਹੇ ਉਹ ਇਲੈਕਟ ਹੋ ਕੇ ਆਏ ਨੇ, ਠੀਕ ਹੈ, ਸਾਰੇ ਉਹਦੇ ਵਿੱਚ ਹੋਣਗੇ, ਠੀਕ ਹੈ ਜੀ। ਜਿਹਦੇ ਵਿੱਚ ਕਿ ਜਿਹੜੀ ਕਿ ਇਸ ਟਾਈਮ ਦੇ ਉੱਤੇ ਅਗਰ ਆਪਾਂ ਗੱਲ ਕਰੀਏ ਉਪ ਰਾਸ਼ਟਰਪਤੀ, ਲੋਕ ਸਭਾ ਤੇ ਰਾਜ ਸਭਾ ਦੇ ਜਿਹੜੇ ਮੈਂਬਰ ਨੇ 545 ਆਪਣੀ ਲੋਕ ਸਭਾ ਦੇ ਮੈਂਬਰ ਹੋਣਗੇ ਤੇ ਰਾਜ ਸਭਾ ਦੇ ਮੰਨ ਲਓ 245 ਨੇ, ਠੀਕ ਹੈ ਜੀ, ਇਲੈਕਟ ਹੋ ਕੇ ਵੀ ਤੇ ਪਲੱਸ ਨੋਮੀਨੇਟਡ ਵੀ, ਸਾਰੇ ਮਿਲਾ ਕੇ, ਠੀਕ ਆ। ਤੇ ਉਹਦੇ ਵਿੱਚ ਜਿਹੜੇ ਹੁਣ ਆਪਣੇ ਦੋ ਪਹਿਲਾਂ ਸੀਗੇ ਨਾ, ਇਹਦੇ ਵਿੱਚ ਨੋਮੀਨੇਟਡ ਹੋ ਕੇ ਆਉਂਦੇ ਸੀ ਜਿਹੜੇ ਐਂਗਲੋ ਇੰਡੀਅਨ ਦੇ, ਜਿਹਨੂੰ ਪ੍ਰੈਜ਼ੀਡੈਂਟ ਨੋਮੀਨੇਟ ਕਰਦਾ ਸੀ। ਹੁਣ ਫਿਲਹਾਲ 2020 ਦੇ ਵਿੱਚ ਨਾ ਆਪਣੀ 104ਵੀਂ ਅਮੈਂਡਮੈਂਟ ਹੋਈ ਸੀ, ਜਿਹਦੇ ਵਿੱਚ ਕਿ ਇਹਨੂੰ ਖਤਮ ਕਰ ਦਿੱਤਾ ਗਿਆ, ਠੀਕ ਆ। ਸੋ ਹੁਣ ਅਗਰ ਆਪਾਂ ਗੱਲ ਕਰੀਏ ਹੁਣ ਇਸ ਟਾਈਮ ਦੇ ਉੱਤੇ 243 ਹੀ ਆਪਣੇ ਹੈਗੇ ਨੇ, ਠੀਕ ਹੈ ਜੀ, ਤੇ ਸੌਰੀ 543 ਉਹ ਤਾਂ ਆਪਣਾ ਰਾਜ ਸਭਾ ਦਾ 543 ਇਸ ਟਾਈਮ ਸਟਰੈਂਥ ਨਹੀਂ ਆਪਣੀ ਇਸ ਟਾਈਮ ਜਿਹੜੇ ਲੋਕ ਸਭਾ ਦੇ ਮੈਂਬਰ ਹੋਣਗੇ, ਠੀਕ ਹੈ ਜੀ। ਸੋ ਇਹ ਸਾਰੇ ਮਿਲ ਕੇ ਜਦੋਂ ਇਹ ਸਾਰੇ ਮੈਂਬਰ ਵੋਟਿੰਗ ਕਰਨਗੇ, ਠੀਕ ਹੈ ਜੀ, ਉਸ ਤੋਂ ਬਾਅਦ ਜਿਹੜੀ ਸਿੰਗਲ ਟਰਾਂਸਫੇਰੇਬਲ ਵੋਟ ਹੁੰਦੀ ਹੈ ਨਾ, ਜਿਹੜੀ ਕਿ ਆਪਾਂ ਪਹਿਲਾਂ ਵੀ ਆਪਾਂ ਕੀਤਾ ਸੀਗਾ, ਜਿਹੜੇ ਪ੍ਰਪੋਰਸ਼ਨਲ ਰਿਪਰੈਜ਼ੈਂਟੇਸ਼ਨ ਦੇ ਨਾਲ ਸਿੰਗਲ ਟਰਾਂਸਫਰੇਬਲ ਵੋਟ ਹੁੰਦੀ ਆ, ਜਿਹੜੀ ਕਿ ਸੀਕ੍ਰੇਟ ਬੈਲਟ ਨਾਲ ਗੁਪਤਦਾਨ ਦੇ ਰਾਹੀਂ ਕੀਤੀ ਜਾਂਦੀ ਹੈ, ਠੀਕ ਹੈ। ਸੋ ਇਹ ਆਪਾਂ ਕਰ ਚੁੱਕੇ ਹਾਂ। ਜਿੱਦਾਂ ਕਿ ਆਹ ਦੇਖੋ, ਰਾਸ਼ਟਰਪਤੀ ਦੇ ਜਿਹੜੇ ਮਾਮਲੇ ਦੇ ਵਿੱਚ ਆਪਾਂ ਕਿਸ ਤਰ੍ਹਾਂ ਕਰਦੇ ਸੀਗੇ, ਰਾਸ਼ਟਰਪਤੀ ਦੇ ਮਾਮਲੇ ਦੇ ਵਿੱਚ ਹੁੰਦਾ ਸੀਗਾ 543 ਜਿਹੜੇ ਇਲੈਕਟਡ ਮੈਂਬਰ ਸੀਗੇ ਆਪਣੇ, ਠੀਕ ਹੈ ਜੀ। ਸੋ ਉਹ ਸੀਗੇ 233 ਮੈਂਬਰ ਆਪਣੇ ਰਾਜ ਸਭਾ ਦੇ ਸੀ, ਕਿਉਂਕਿ ਇਹਦੇ ਵਿੱਚ 12 ਮੈਂਬਰ ਜਿਹੜੇ ਸੀਗੇ ਆਪਣੇ ਜਿਹਨੂੰ ਕਿ ਨੋਮੀਨੇਟਡ ਸੀ, ਉਹ ਨਹੀਂ ਪਾਰਟੀਸਪੇਟ ਕਰਦੇ ਹੁੰਦੇ ਰਾਸ਼ਟਰਪਤੀ, ਇਹ ਦੇਖਣਾ ਤੁਸੀਂ ਧਿਆਨ, ਠੀਕ ਆ। ਤਾਂ ਜਿਹੜੀ ਇੱਕ ਸਟੇਟ ਅਸੈਂਬਲੀ ਦੇ ਜਿੰਨੇ ਵੀ ਸੀਗੇ, ਠੀਕ ਆ, ਸਾਰੇ ਆਪਣੇ MLA ਜਿਹੜੇ ਪਾਰਟੀਸਪੇਟ ਕਰਦੇ ਹੁੰਦੇ ਨੇ, ਠੀਕ ਆ, ਰਾਜ ਵਿਧਾਨ ਸਭਾਵਾਂ ਦੇ। ਬਟ ਜਿਹੜੇ UT ਹੁੰਦੇ ਰਾਜਾਂ ਦੇ, ਠੀਕ ਆ, ਰਾਜਾਂ ਦੇ ਕਰਨਗੇ, ਜਿਹੜੇ UT ਦੇ ਸਿਰਫ ਦਿੱਲੀ ਤੇ ਪੰਡੂਚੇਰੀ ਦੀ ਜਿਹੜੀ ਆਪਣੀ, ਠੀਕ ਹੈ ਜੀ, ਇਲੈਕਟਡ ਆਪਣੇ ਹੁੰਦੇ MLA ਉਹੀ ਪਾਰਟੀਸਪੇਟ ਕਰਦੇ ਹੁੰਦੇ। ਤਾਂ ਟੋਟਲ 4896 ਮੈਂਬਰ ਵੋਟ ਕਰਦੇ ਨੇ ਉਹਦੇ ਵਿੱਚ, ਠੀਕ ਹੈ ਜੀ। ਸੋ ਅਗਰ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜਾ ਨਾ ਇੱਕ ਹੋਰ ਚੀਜ਼ ਤੁਹਾਨੂੰ ਯਾਦ ਰੱਖਣ ਦੀ ਲੋੜ ਆ। ਸੋ ਆਪਾਂ ਵੈਸੇ ਤਾਂ ਕਰ ਹੀ ਲਿਆ ਕਿ ਜਿਹੜੇ ਰਾਜ ਸਭਾ ਤੇ ਲੋਕ ਸਭਾ ਦੇ ਮੈਂਬਰ ਹੁੰਦੇ ਨੇ, ਚੁਣੇ ਹੋਏ ਵੀ ਤੇ ਨੋਮੀਨੇਟਡ ਵੀ, ਉਹੀ ਵੋਟਿੰਗ ਕਰਦੇ ਨੇ। ਸੋ ਇਹਦੇ ਵਿੱਚ ਤੁਸੀਂ ਗਲਤੀ ਦੇ ਨਾਲ ਇਹ ਨਹੀਂ ਲਾਉਣਾ, ਕਿਉਂਕਿ ਪੇਪਰ ਦੇ ਵਿੱਚ ਕਈ ਵਾਰ ਨਾ ਕਨਫਿਊਜ਼ ਕਰਨ ਲਈ, ਕਿਉਂਕਿ ਪ੍ਰੈਜ਼ੀਡੈਂਟ ਦਾ ਸਾਰਿਆਂ ਨੂੰ ਪਤਾ ਹੋਊਗਾ, ਕਨਫਿਊਜ਼ ਕਰਨ ਲਈ ਤੁਹਾਨੂੰ ਪੇਪਰ ਦੇ ਵਿੱਚ ਆਊਗਾ ਕਿ ਸਟੇਟ ਅਸੈਂਬਲੀ ਦਾ ਆਪਸ਼ਨ ਵਾਈਜ਼ ਦੇ ਦੇਣਗੇ ਤੁਹਾਨੂੰ, ਕਿ ਸਟੇਟ ਅਸੈਂਬਲੀ ਦੇ ਜਿਹੜੇ ਆਪਣੇ MLA ਹੁੰਦੇ ਨੇ, ਠੀਕ ਹੈ ਜੀ, ਸਟੇਟ ਅਸੈਂਬਲੀ ਦੇ ਜਿਹੜੇ ਮੈਂਬਰ ਹੁੰਦੇ ਨੇ, ਉਹ ਇਹਦੇ ਵਿੱਚ ਪਾਰਟੀਸਪੇਟ ਕਰਦੇ ਆ ਕਿ ਨਹੀਂ ਕਰਦੇ, ਠੀਕ ਹੈ ਜੀ। ਸੋ ਇਹ ਤੁਸੀਂ ਯਾਦ ਕਰ ਲੈਣਾ, ਠੀਕ ਹੈ ਜੀ। ਸੋ ਪ੍ਰੈਜ਼ੀਡੈਂਟ ਦੇ ਕੇਸ ਦੇ ਵਿੱਚ ਕਰਦੇ ਨੇ, ਠੀਕ ਹੈ ਜੀ। ਸੋ ਇਹ ਵੀ ਹੋ ਗਿਆ ਆਪਣਾ, ਠੀਕ ਹੈ। ਅੱਗੇ ਹੁਣ ਆਪਾਂ ਚੱਲਾਂਗੇ, ਜਿਹੜਾ ਚੋਣਾਂ ਦਾ ਆਯੋਜਨ ਹੁੰਦਾ ਨਾ, ਉਹ ਆਪਾਂ ਕਰ ਲਿਆ ਵੀ ਰਿਪਰੈਜ਼ੈਂਟੇਸ਼ਨ ਜਿਹੜੀ ਪ੍ਰਪੋਰਸ਼ਨਲ ਹੁੰਦੀ ਆ, ਇਹ ਆਪਾਂ ਕੀਤਾ। ਇਹ ਸੇਮ ਟੂ ਸੇਮ ਉੱਦਾਂ ਹੀ ਹੁੰਦਾ ਜਿੱਦਾਂ ਆਪਣਾ ਰਾਸ਼ਟਰਪਤੀ ਦੇ ਕੇਸ 'ਚ ਹੁੰਦਾ ਕਿ ਪਹਿਲਾਂ ਇੱਕ ਨੂੰ ਸਿਲੈਕਟ ਕੀਤਾ, ਫਿਰ ਦੂਜੀ ਪਸੰਦ, ਫਿਰ ਤੀਜੀ ਪਸੰਦ, ਫਿਰ ਚੌਥੀ ਪਸੰਦ, ਠੀਕ ਆ। ਜਿਹੜੀ ਸਭ ਤੋਂ ਘੱਟ ਵੋਟਿੰਗ ਵਾਲਾ ਹੁੰਦਾ ਉਹ ਬਾਅਦ 'ਚੋਂ ਬਾਹਰ ਚਲਿਆ ਜਾਂਦਾ ਹੁੰਦਾ, ਅਤੇ ਉਹਦੀ ਜਿਹੜੀ ਜਿੰਨੀਆਂ ਵੋਟਾਂ ਉਹਨੂੰ ਇੱਕ ਨੂੰ ਮਿਲੀਆਂ ਹੋਈਆਂ ਨੇ, ਉਹ ਸਾਰੀਆਂ ਦੂਜੇ ਪਸੰਦ ਨੂੰ ਚਲੀਆਂ ਜਾਂਦੀਆਂ ਹੁੰਦੀਆਂ ਨੇ, ਠੀਕ ਆ। ਜਦੋਂ ਇਹਨਾਂ ਦੀ ਮੰਨ ਲਓ 50+1, ਠੀਕ ਆ ਜੀ, ਜਦੋਂ ਇਹਦੀ ਇੱਕ ਜਿਹੜਾ ਮੈਂਬਰ ਹੁੰਦਾ ਆਪਣਾ 50+1, ਜਦੋਂ 51% ਵੋਟਿੰਗ ਇੱਕ ਬੰਦੇ ਨੂੰ ਹੋ ਜਾਂਦੀ ਆ, ਠੀਕ ਆ, ਇੱਕ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਨੂੰ ਹੋ ਜਾਂਦੀ ਆ, ਤਾਂ ਉਹ ਚੁਣਿਆ ਜਾਂਦਾ ਉਸ ਟਾਈਮ ਦੇ ਉੱਤੇ, ਠੀਕ ਹੈ ਜੀ। ਸੋ ਨੈਕਸਟ ਆਪਾਂ ਕਰਾਂਗੇ ਜੀ, ਉਪ ਰਾਸ਼ਟਰਪਤੀ ਦੀ ਜਿਹੜੀ ਚੋਣ ਹੁੰਦੀ ਆ ਨਾ, ਉਹ ਉੱਤਰਾਧਿਕਾਰੀ ਹੋਣ ਤੋਂ 5 ਸਾਲਾਂ ਦੀ ਮਿਆਦ ਤੋਂ ਬਾਅਦ ਅਹੁਦਾ ਸੰਭਾਲ ਦਾ ਚਾਰਜ ਰੱਖਦਾ, ਯਾਨੀ ਕਿ 5 ਸਾਲ ਉਹਦੀ ਮਿਆਦ ਹੁੰਦੀ ਆ, ਠੀਕ ਹੈ ਜੀ। ਜਦੋਂ ਆਪਣਾ ਉੱਤਰਾਧਿਕਾਰੀ ਹੋਣ ਤੋਂ ਪਹਿਲਾਂ, ਸਕਸੈਸਰ ਤੋਂ ਪਹਿਲਾਂ, ਠੀਕ ਹੈ, ਜਦੋਂ ਆਪਣਾ ਅਹੁਦਾ ਸੰਭਾਲ ਲੈਂਦਾ, ਜਿੱਦਣ ਉਸਨੇ ਅਹੁਦਾ ਸੰਭਾਲ ਲਿਆ ਆਪਣਾ, ਉਸ ਤੋਂ 5 ਸਾਲ ਦਾ ਟਾਈਮ ਹੁੰਦਾ, ਬਸ ਇਹ ਯਾਦ ਕਰਨਾ ਤੁਸੀਂ। ਹੁਣ ਅੱਗੇ ਆਊਗਾ ਕਿ ਜਿਹੜਾ ਉਹ ਆਪਣਾ ਵਾਈਸ ਪ੍ਰੈਜ਼ੀਡੈਂਟ ਹੋ ਗਿਆ, ਅਤੇ ਕੀ ਉਹ ਦੁਬਾਰਾ ਚੋਣ ਲੜ ਸਕਦਾ ਵਾ? ਬਿਲਕੁਲ ਜੀ, ਲੜ ਸਕਦਾ ਵਾ, ਜਦੋਂ ਤੱਕ ਵੀ ਉਹ ਚਾਹਵੇ। 35 ਸਾਲ ਉਹਦੀ ਮਿਨੀਮਮ ਏਜ ਆ, ਅਤੇ ਮੈਕਸੀਮਮ ਜਿੰਨੇ ਮਰਜ਼ੀ ਸਾਲ ਤੱਕ ਉਹ ਆਪਦੀ ਚੋਣ ਲੜ ਸਕਦਾ ਵਾ, ਠੀਕ ਹੈ। ਚਾਹੇ ਉਹਦੀ 75 ਸਾਲ ਉਮਰ ਆ, ਚਾਹੇ 80 ਆ, ਚਾਹੇ 90 ਆ, ਠੀਕ ਹੈ ਜੀ। ਸੋ ਅਪਰ ਏਜ ਲਿਮਿਟ ਕੋਈ ਨਹੀਂ ਗੀ ਇਹਦੇ ਵਿੱਚ, ਨਾ ਵਾਈਸ ਪ੍ਰੈਜ਼ੀਡੈਂਟ 'ਚ ਆ, ਨਾ ਪ੍ਰੈਜ਼ੀਡੈਂਟ ਦੇ ਵਿੱਚ ਆ, ਠੀਕ ਹੈ ਜੀ। ਸੋ ਅੱਗੇ ਆਪਾਂ ਪੜ੍ਹਾਂਗੇ ਜਿਹੜੀ ਜੱਜਾਂ ਦੀ ਵੀ ਹੁੰਦੀ ਆ, ਅੱਗੇ ਜਾ ਕੇ ਆਪਾਂ ਜਿਵੇਂ ਆਪਾਂ ਅੱਗੇ ਕਰਾਂਗੇ, ਠੀਕ ਆ। ਸੋ ਸਾਰਾ ਆਪਾਂ ਨੂੰ ਪਤਾ ਲੱਗ ਜਾਏਗਾ, ਠੀਕ ਹੈ ਜੀ। ਹੁਣ ਜੀ ਅੱਗੇ ਆ ਗਿਆ ਸਾਡੀ ਯੋਗਤਾ, ਕੁਆਲੀਫਿਕੇਸ਼ਨ ਕੀ ਹੋਣੀ ਚਾਹੀਦੀ ਆ, ਉਹੀ ਜਿਹੜੀ ਕਿ ਆਪਣੀ ਪ੍ਰੈਜ਼ੀਡੈਂਟ ਦੇ ਕੇਸ ਦੇ ਵਿੱਚ ਸੀਗੀ ਕਿ ਉਹ ਭਾਰਤ ਦਾ ਨਾਗਰਿਕ ਹੋਵੇ, 35 ਸਾਲ ਦੀ ਉਮਰ ਉਹਨੇ ਪੂਰੀ ਕੀਤੀ ਹੋਣੀ ਚਾਹੀਦੀ ਹੈ, ਠੀਕ ਆ, ਉਸ ਟਾਈਮ ਦੇ ਉੱਤੇ, ਅਤੇ ਲੋਕ ਸਭਾ ਦਾ ਕੋਈ ਅਹੁਦਾ ਨਹੀਂ ਰੱਖਣਾ ਚਾਹੀਦਾ, ਠੀਕ ਆ। ਬਟ ਰਾਜ ਸਭਾ ਦੇ ਮੈਂਬਰ ਵਜੋਂ ਚੋਣ ਦੇ ਯੋਗ ਹੋਣਾ ਚਾਹੀਦਾ, ਜਿਵੇਂ ਕਿ ਆਪਾਂ ਪ੍ਰੈਜ਼ੀਡੈਂਟ ਦੇ ਕੇਸ ਦੇ ਵਿੱਚ ਕਿਹਾ ਸੀ ਕਿ ਲੋਕ ਸਭਾ ਦੇ ਮੈਂਬਰ ਵਜੋਂ ਉਹਦਾ ਅਹੁਦਾ ਚੋਣ ਲਈ ਯੋਗ ਹੋਣਾ ਚਾਹੀਦਾ, ਠੀਕ ਆ, ਉਹਦੀ ਐਲੀਜੀਬਿਲਿਟੀ ਬਣਨੀ ਚਾਹੀਦੀ ਆ, ਕੁਆਲੀਫਾਈਡ ਹੋਣਾ ਚਾਹੀਦਾ। ਬਟ ਇਹਦੇ ਵਿੱਚ ਰਾਜ ਸਭਾ ਦੇ ਮੈਂਬਰ ਵਜੋਂ ਅਹੁਦਾ ਰੱਖਣਾ ਜ਼ਰੂਰੀ ਆ, ਬਸ ਇਹਦੇ ਵਿੱਚ ਇਹੀ ਡਿਫਰੈਂਸ ਆ, ਹੋਰ
ਹੋਰ ਕੋਈ ਖਾਸ ਉਹਦਾ ਡਿਫਰੈਂਸ ਹੈ ਨਹੀਂ। ਇਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਕਿਹਾ ਸੀ ਕਿ ਉਹ ਆਪਣਾ ਅਹੁਦੇ ਦਾ ਨਹੀਂ ਹੋਣਾ ਚਾਹੀਦਾ, ਉਹਦੀ ਕੋਈ ਪੋਸਟ ਨਹੀਂ ਹੋਣੀ ਚਾਹੀਦੀ ਉਸ ਟਾਈਮ ਦੇ ਉੱਤੇ ਪ੍ਰੋਫਿਟ ਦੇ, ਉਹਦੀ ਕੋਈ ਸੈਲਰੀ ਪੈਨਸ਼ਨ ਵਗੈਰਾ ਕੋਈ ਇੱਦਾਂ ਨਹੀਂ ਹੋਣੀ ਚਾਹੀਦੀ। ਸੋ ਪ੍ਰੋਫਿਟ ਦਾ ਅਹੁਦਾ ਕੋਈ ਵੀ ਨਹੀਂ ਹੋਣਾ ਚਾਹੀਦਾ, ਠੀਕ ਹੈ। ਜਿਸ ਤਰ੍ਹਾਂ ਉਪ ਰਾਸ਼ਟਰਪਤੀ ਹੋ ਗਿਆ, ਪ੍ਰੈਜ਼ੀਡੈਂਟ ਹੋ ਗਿਆ, ਵਾਈਸ ਪ੍ਰੈਜ਼ੀਡੈਂਟ ਹੋ ਗਿਆ, ਗਵਰਨਰ ਹੋ ਗਿਆ ਜਾਂ ਮਿਨਿਸਟਰ ਹੋ ਗਿਆ, ਸੋ ਇਸ ਤਰ੍ਹਾਂ ਦਾ ਕੋਈ ਵੀ ਉਹਦਾ ਅਹੁਦਾ ਨਹੀਂ ਹੋਣਾ ਚਾਹੀਦਾ, ਠੀਕ ਹੈ ਜੀ। ਅੱਗੇ ਆ ਗਿਆ ਜੀ ਸਾਡੇ ਕੋਲ ਹੁਣ ਜੀ ਜਿਹੜੀ ਉਪ ਰਾਸ਼ਟਰਪਤੀ ਲਈ ਉਮੀਦਵਾਰ ਦੀ ਜਿਹੜੀ ਚੋਣ ਦੀ ਨਾਮਜ਼ਦਗੀ ਭਰੀ ਜਾਂਦੀ ਆ, ਠੀਕ ਆ ਜੀ। ਉਹਦੇ ਵਿੱਚ ਕੀ ਕਰਦੇ ਨੇ, ਇਹ ਪ੍ਰਪੋਜ਼ਲਸ ਭਰਦੇ ਨੇ ਕਿ 20 ਵੋਟਰਾਂ ਦੁਆਰਾ ਪਹਿਲਾਂ ਪ੍ਰਪੋਜ਼ਲ ਲਿਆ ਜਾਂਦਾ ਤੇ 20 ਜਿਹੜੇ ਵੋਟਰ ਹੁੰਦੇ ਨੇ ਉਹਦਾ ਦਾ ਸੈਕੰਡਰੀ ਲਿਆ ਜਾਂਦਾ। ਸੋ ਇਹ ਮੈਂ ਤੁਹਾਨੂੰ ਸੌਖੇ ਤਰੀਕੇ ਦੇ ਵਿੱਚ ਸਮਝਾਉਣਾ, ਸ਼ਾਇਦ ਪ੍ਰੈਜ਼ੀਡੈਂਟ ਦੇ ਵਿੱਚ ਇਹ ਮਿਸ ਹੋ ਗਈ ਸੀ। ਪ੍ਰੈਜ਼ੀਡੈਂਟ ਦੇ ਕੇਸ ਦੇ ਵਿੱਚ 50+50, ਠੀਕ ਆ, 50 ਵੋਟਰ ਪਹਿਲਾਂ ਪ੍ਰਪੋਜ਼ਲ ਹੋਣੇ ਚਾਹੀਦੇ ਆ, 50 ਹੋਣੇ ਚਾਹੀਦੇ ਆ ਸੈਕੰਡਰ। ਮਤਲਬ ਇਹਦੇ ਵਿੱਚ ਇਹ ਮੰਨ ਲਓ ਲੋਕ ਸਭਾ ਜਾਂ ਰਾਜ ਸਭਾ ਦੇ ਜਿਹੜੇ ਮੈਂਬਰਸ ਹੁੰਦੇ ਨੇ, ਠੀਕ ਆ, ਸੋ ਉਹਨਾਂ ਦੇ ਇਹਨਾਂ ਜਦੋਂ ਇਹਨਾਂ ਨੇ ਫਾਰਮ ਭਰਨੇ ਇਹਨਾਂ ਦਾ ਰਾਸ਼ਟਰਪਤੀ ਜਿਹੜਾ ਹੁੰਦਾ ਉਹਨੇ 50-50 ਮੈਂਬਰਾਂ ਦੇ ਸਾਈਨ ਲੈਣੇ ਹੁੰਦੇ ਨੇ, ਠੀਕ ਆ, ਤੇ ਕਿ ਹਾਂ ਮੈਂ ਵੀ ਉਹ ਰੀਕਮੈਂਡ ਕਰਦੇ ਨੇ ਕਿ ਹਾਂ ਇਸ ਨੂੰ ਇਹ ਚੋਣ ਲੜ ਸਕਦਾ ਵਾ, ਠੀਕ ਆ। 50 ਮੈਂਬਰ ਸਾਈਨ ਕਰਨਗੇ। ਇਹਦੇ ਵਿੱਚ ਜਿਹੜੇ ਆਪਣੇ ਉਪ ਰਾਸ਼ਟਰਪਤੀ ਹੁੰਦੀ ਆ ਉਹਦੇ ਵਿੱਚ 20 ਤੇ 20, ਠੀਕ ਆ, ਜਾਣੀ 40 ਹੋ ਗਏ, ਠੀਕ ਆ ਜੀ। 20 ਤੇ 20 40 ਮੈਂਬਰ ਵੋਟਿੰਗ ਕਰਨਗੇ, ਠੀਕ ਆ ਜੀ। ਵੋਟਿੰਗ ਕਰਨਗੇ ਨਹੀਂ ਮਤਲਬ ਵੋਟਰ ਇੱਕ ਸਾਈਨ ਕਰਕੇ ਦੇਣਗੇ ਵੀ ਹਾਂ ਇਹ ਐਲੀਜੀਬਲ ਹੋਏਗਾ, ਸੋ ਇਹਨੂੰ ਚੋਣ ਲੜਨ ਦਾ ਦਿੱਤਾ। ਕਿਉਂਕਿ ਇਹਦਾ ਕਾਰਨ ਇਹ ਹੁੰਦਾ ਵਾ ਕਿ ਕੋਈ ਨਾਨ ਸੀਰੀਅਸ ਕੈਂਡੀਡੇਟ ਵੀ ਪ੍ਰੈਜ਼ੀਡੈਂਟ ਦੀ ਚੋਣ ਨਾ ਲੜ ਸਕੇ, ਠੀਕ ਆ ਜੀ। ਸੋ ਹੋਰ ਇਹਦੇ ਵਿੱਚ ਇੱਦਾਂ ਹੁੰਦਾ ਕਿ ਚੋਣ ਲੜਨ ਵਾਲੇ ਮਤਲਬ 15,000 ਰੁਪਇਆ ਜਿਹੜਾ ਹੁੰਦੀ ਹੈ ਉਹ ਜ਼ਮਾਨਤ ਜਮ੍ਹਾਂ ਕਰਵਾਉਣੀ ਪਏਗੀ, ਠੀਕ ਹੈ ਜੀ, RBI ਦੇ ਕੋਲੇ। ਸੋ ਇਹ ਵੀ ਆਪਣੀ ਹੋ ਗਈ, ਠੀਕ ਹੈ ਜੀ। ਇੱਕ ਹੁਣ 67 ਨੰਬਰ ਆਰਟੀਕਲ ਕੀ ਕਹਿੰਦਾ, 67 ਨੰਬਰ ਆਰਟੀਕਲ ਇੱਕ ਤਾਂ ਉਹ ਟਰਮ ਦੱਸਦਾ ਆਫਿਸ ਦੀ, ਠੀਕ ਆ। ਇੱਕ ਮਤਲਬ ਦੱਸਦਾ ਹੁੰਦਾ ਕਿ ਇਹਦੀ ਰਿਮੂਵਲ ਕਿੱਦਾਂ ਹੁੰਦੀ ਹੈ। ਇਹਦੇ ਵਿੱਚ ਕੋਈ ਇੰਪੀਚਮੈਂਟ ਵਗੈਰਾ ਉਸ ਤਰ੍ਹਾਂ ਨਹੀਂ ਹੁੰਦੀ ਕਿ ਜਿਸ ਤਰ੍ਹਾਂ ਆਪਾਂ ਪ੍ਰੈਜ਼ੀਡੈਂਟ ਦੀ ਇੰਪੀਚਮੈਂਟ ਹੁੰਦੀ ਆ। ਸੋ ਅੱਗੇ ਆਪਾਂ ਪੜਾਂਗੇ ਕਿੱਦਾਂ ਰੈਜ਼ੋਲੂਸ਼ਨ ਪਾਸ ਕਰਕੇ ਆਪਣੇ ਵਾਈਸ ਪ੍ਰੈਜ਼ੀਡੈਂਟ ਨੂੰ ਆਪਾਂ ਰਿਮੂਵ ਕਰ ਸਕਦੇ ਆ, ਠੀਕ ਆ ਜੀ, ਲੋਕ ਸਭਾ ਆਪਣੇ ਰਾਜ ਸਭਾ ਦੇ ਵਿੱਚ, ਠੀਕ ਆ ਜੀ। ਨੈਕਸਟ ਆ ਗਿਆ ਸਾਡਾ ਕਹਿੰਦਾ ਜੀ ਉਹਦੇ ਵਿੱਚ ਉਹ ਕਹਿੰਦਾ ਇੱਕ ਮੌਜੂਦਾ ਉਪ ਰਾਸ਼ਟਰਪਤੀ ਦੁਬਾਰਾ ਚੁਣਨ ਲਈ ਯੋਗ ਹੁੰਦਾ ਆਪਾਂ ਕੀਤਾ ਹੋਇਆ ਅਸਤੀਫਾ ਜਾਂ ਹਟਾਉਣ ਦੁਆਰਾ ਦਫ਼ਤਰ ਨੂੰ ਸਮਾਪਤ ਕੀਤਾ ਜਾ ਸਕਦਾ ਹੈ। ਮੰਨ ਲਓ ਜੇ ਉਹ ਅਸਤੀਫਾ ਦਿੰਦਾ ਤਾਂ ਜਾਂ ਜੋ ਹਟਾਇਆ ਜਾਂਦਾ ਵਾ ਜਾਂ ਉਹਦੀ ਮ੍ਰਿਤਿੂ ਹੋ ਜਾਂਦੀ ਆ ਉਦੋਂ ਉਹਨੂੰ ਹਟਾਇਆ ਜਾ ਸਕਦਾ ਵਾ। ਹੁਣ ਇਹਦੇ ਲਈ ਕੋਈ ਵੀ ਮਤਲਬ ਫਾਰਮਲ ਇੰਪੀਚਮੈਂਟ ਦੀ ਲੋੜ ਨਹੀਂ ਪੈਂਦੀ, ਜਿੱਦਾਂ ਕਿ ਰਾਸ਼ਟਰਪਤੀ ਦੇ ਕੇਸ ਦੇ ਵਿੱਚ ਆਪਾਂ ਦੇਖਿਆ ਸੀ ਕਿ 2/3 ਹਿੱਸਾ ਆਪਣਾ ਵੋਟਿੰਗ ਕਰਦੇ ਨੇ ਫਿਰ ਜਾ ਕੇ ਇੰਪੀਚਮੈਂਟ ਹੁੰਦੀ ਆ, ਠੀਕ ਆ। ਸੋ ਇਹਦੇ ਲਈ ਰਿਮੂਵਲ ਦਾ ਦੱਸਦੇ ਆ। ਹੁਣ 67 ਨੰਬਰ ਆਰਟੀਕਲ ਦੇ ਵਿੱਚ ਹੀ ਜ਼ਿਕਰ ਆ। ਪਹਿਲਾਂ ਤਾਂ ਜਿੱਦਾਂ ਕਿ ਆਪਾਂ ਉਹਦੇ ਵਿੱਚ ਪੜ੍ਹਿਆ ਸੀ ਪ੍ਰੈਜ਼ੀਡੈਂਟ ਟੌਪਿਕ ਦੇ ਵਿੱਚ ਕਿ ਪ੍ਰੈਜ਼ੀਡੈਂਟ ਨੂੰ 14 ਦਿਨਾਂ ਦਾ ਨੋਟਿਸ ਭੇਜਿਆ ਜਾਣਾ ਚਾਹੀਦਾ, ਉੱਦਾਂ ਹੀ ਇਹਦੇ ਵਿੱਚ ਵੀ 14 ਦਿਨਾਂ ਦਾ ਨੋਟਿਸ ਭੇਜਿਆ ਜਾਣਾ ਜ਼ਰੂਰੀ ਆ। ਜਿਹੜਾ ਉਪ ਰਾਸ਼ਟਰਪਤੀ ਹੁੰਦਾ ਨਾ, ਠੀਕ ਆ, ਇਹਨੂੰ ਨਿਰੋਲ ਰਾਜ ਸਭਾ ਦੇ ਵਿੱਚ, ਠੀਕ ਆ ਜੀ, ਰਾਜ ਸਭਾ ਦੇ ਵਿੱਚ ਨਿਰੋਲ ਪਾਸ ਕੀਤੇ ਗਏ ਮਤੇ ਦੁਆਰਾ ਹਟਾਇਆ ਜਾਂਦਾ ਵਾ, ਬਹੁਮਤ ਪੂਰੇ ਬਹੁਮਤ ਦੇ ਨਾਲ, ਠੀਕ ਆ ਜੀ। ਰਾਜ ਸਭਾ 'ਚ ਦੇ ਜਿਹੜੇ ਕੁੱਲ ਮੈਂਬਰ ਹੁੰਦੇ ਨੇ ਉਹਨਾਂ ਦਾ ਬਹੁਮਤ ਹੋਣਾ ਚਾਹੀਦਾ, ਠੀਕ ਆ। ਉਹਦੇ ਬਹੁਮਤ ਦੇ ਆਧਾਰ ਦੇ ਉੱਤੇ ਲੋਕ ਸਭਾ ਦੀ ਸਿਰਫ ਇੱਕ ਸਧਾਰਨ ਬਹੁਮਤ ਮਤਲਬ ਕਿ ਇੱਕ ਸਧਾਰਨ ਬਹੁਮਤ ਦੇ ਨਾਲ ਸਹਿਮਤੀ ਦੇ ਨਾਲ ਹਟਾਇਆ ਜਾ ਸਕਦਾ ਵਾ, ਠੀਕ ਆ। ਜਿੱਦਾਂ ਆਪਾਂ ਰਾਸ਼ਟਰਪਤੀ ਦਾ ਪੜ੍ਹਿਆ ਵੀ ਸੀ ਕਿ ਉਹਦੇ ਵਿੱਚ 2/3 ਤੇ ਇੱਕ ਚੀਜ਼ ਹੋਰ ਯਾਦ ਰੱਖਣੀ ਹੈ ਇਹਦੇ ਵਿੱਚ, ਅਗਰ ਆਪਾਂ ਗੱਲ ਕਰੀਏ ਨਾ ਰਾਸ਼ਟਰਪਤੀ ਨੂੰ ਜਦੋਂ ਇੰਪੀਚਮੈਂਟ ਹੁੰਦਾ ਜਾਂ ਉਹਦਾ ਮਤਾ ਵੀ ਪਾਸ ਕਰਨਾ ਹੁੰਦਾ ਨਾ, ਜਦੋਂ ਆਪਾਂ ਸਟਾਰਟਿੰਗ ਵੀ ਕਰਨੀ ਹੁੰਦੀ ਆ ਉਹਨਾਂ ਨੇ, ਤਾਂ ਉਹਦੇ ਵਿੱਚ ਲੋਕ ਸਭਾ ਚਾਹੇ ਰਾਜ ਸਭਾ ਕਿਸੇ ਵੀ ਸਦਨ ਦੇ ਵਿੱਚ ਇੱਕ ਸ਼ੁਰੂਆਤ ਕਰ ਸਕਦੇ ਹੁੰਦੇ ਨੇ ਇਹ, ਠੀਕ ਆ, ਵੀ ਇਹ ਕਾਨੂੰਨ ਦੇ ਅਨੁਸਾਰ ਰਾਸ਼ਟਰਪਤੀ ਨਹੀਂ ਚੱਲ ਰਿਹਾ, ਇਹਨੂੰ ਹਟਾਇਆ ਜਾਣਾ ਚਾਹੀਦਾ ਵਾ। ਤੇ ਉਹਦੇ ਲਈ ਇੱਕ ਸਦਨ 2/3 ਮੈਂਬਰਾਂ ਦੀ ਉਹਦੇ ਨਾਲ ਕਰ ਸਕਦਾ ਹੁੰਦਾ। ਬਟ ਜਿਹੜਾ ਇਹਦੇ ਵਿੱਚ ਆ ਨਾ, ਇਹਦੇ ਵਿੱਚ ਕੋਈ ਉਹ ਨਹੀਂ, ਇਹਦੇ ਵਿੱਚ ਸਿਰਫ ਤੇ ਸਿਰਫ ਕਿਉਂਕਿ ਰਾਜ ਸਭਾ ਦਾ ਮੈਂਬਰ ਹੁੰਦਾ ਨਾ ਐਕਸ ਅਫੀਸ਼ੀਓ ਚੇਅਰਮੈਨ ਜਿਹੜਾ ਵਾਈਸ ਪ੍ਰੈਜ਼ੀਡੈਂਟ, ਤੋਂ ਰਾਜ ਸਭਾ ਦੇ ਵਿੱਚ ਹੀ ਜਿਹੜਾ ਹੁੰਦਾ ਵਾ, ਰਾਜ ਸਭਾ ਦੇ ਵਿੱਚ ਹੀ ਇਹਨੂੰ ਉਹ ਕੀਤਾ ਜਾਂਦਾ ਵਾ, ਠੀਕ ਆ ਜੀ। ਸੋ ਇਹਦਾ ਆਪਣਾ ਰੈਜ਼ੋਲੂਸ਼ਨ ਪਾਸ ਕੀਤਾ ਜਾਂਦਾ ਐਬਸੋਲੂਟ ਮੈਜੋਰਟੀ ਦੇ ਨਾਲ। ਵੈਸੇ ਖਾਸ ਤੌਰ ਦੇ ਉੱਤੇ ਇਹਨੂੰ ਹਟਾਉਣ ਦਾ ਕੋਈ ਸੰਵਿਧਾਨ ਦੇ ਵਿੱਚ ਕੋਈ ਆਧਾਰ ਨਹੀਂ ਦੱਸਿਆ ਗਿਆ, ਬਸ ਇਹਨਾਂ ਦਿੱਤਾ ਗਿਆ ਵਾ ਕਿ ਇਸ ਤਰ੍ਹਾਂ ਰਾਜ ਸਭਾ ਦੇ ਵਿੱਚ ਇੱਕ ਰੈਜ਼ੋਲੂਸ਼ਨ ਪਾਸ ਹੁੰਦਾ ਤੇ ਉਸ ਤੋਂ ਬਾਅਦ ਲੋਕ ਸਭਾ ਦੀ ਸਹਿਮਤੀ ਹੁੰਦੀ ਆ, ਬਸ ਉਹਦੇ ਨਾਲ ਆਪਣਾ ਹਟਾਇਆ ਜਾ ਸਕਦਾ ਵਾ, ਠੀਕ ਹੈ ਜੀ। ਸੋ ਉਪ ਰਾਸ਼ਟਰਪਤੀ ਜਿਹੜਾ ਹੁੰਦਾ ਨਾ ਦੇ ਦਫ਼ਤਰ ਵਿੱਚ ਖਾਲੀ ਅਸਾਮੀਆਂ ਨੂੰ ਭਰਨ ਲਈ ਚੋਣ ਕਰਵਾਉਣ ਦਾ ਸਮਾਂ ਅਤੇ ਆਮ ਖਾਲੀ ਥਾਂ ਨੂੰ ਭਰਨ ਲਈ ਚੁਣੇ ਗਏ ਵਿਅਕਤੀ ਦੇ ਅਹੁਦੇ ਦੀ ਮਿਆਦ ਦਿੱਤੀ ਗਈ ਆ, ਠੀਕ ਹੈ। ਇਹ ਸਿੰਪਲ ਆ, ਇਹਦੇ ਵਿੱਚੋਂ ਕੁਐਸਚਨ ਕੋਈ ਖਾਸ ਹੁੰਦਾ ਨਹੀਂ, ਠੀਕ ਆ। ਸੋ ਵੈਕੈਂਸੀ ਦਿੱਤੀ ਹੋਈ ਆ, ਵੈਕੈਂਸੀ ਅਗਰ 5 ਸਾਲ ਉਹਦੀ ਆਪਣੀ ਸਮਾਂ ਖਤਮ ਹੋ ਜਾਵੇ, ਠੀਕ ਆ, ਉਹਦੀ ਟਰਮ ਦਾ ਜਿੰਨਾ ਵੀ ਉਹਦੇ ਕੀਤੀ ਵੀ ਆ, ਠੀਕ ਆ ਜੀ। ਬਾਈ ਚਾਂਸ ਉਹਦੀ ਡੈਥ ਹੋ ਜਾਵੇ, ਵਾਈਸ ਪ੍ਰੈਜ਼ੀਡੈਂਟ ਦੀ ਅਸਤੀਫਾ ਦੇ ਕੇ ਹੋ ਜਾਵੇ ਜਾਂ ਦਫ਼ਤਰ ਤੋਂ ਹਟਾ ਕੇ ਹੋ ਜਾਵੇ ਜਾਂ ਅਦਰਵਾਈਜ਼ ਜੇਕਰ ਅਸਾਮੀ ਖਾਲੀ ਹੋ ਗਈ ਹੋਣ ਦੀ ਸੂਰਤ ਵਿੱਚ ਜਲਦੀ ਤੋਂ ਜਲਦੀ ਪੂਰੀ ਕਰਵਾਈ ਜਾਣੀ ਚਾਹੀਦੀ ਹੈ ਉਹਦੀ ਇਲੈਕਸ਼ਨ। ਨਵੇਂ ਚੁਣੇ ਗਏ VP ਨੂੰ ਚਾਰਜ ਸੰਭਾਲਣ ਦੇ ਲਈ ਦਫ਼ਤਰ ਵਿੱਚ ਮਿਤੀ ਤੋਂ 5 ਸਾਲ ਦੀ ਪੂਰੀ ਮਿਆਦ ਤੋਂ ਬਾਅਦ ਉਹਨੂੰ ਨਵੇਂ ਨੂੰ ਨਿਯੁਕਤ ਕੀਤਾ ਜਾਂਦਾ ਵਾ, ਠੀਕ ਹੈ ਜੀ। ਨੈਕਸਟ ਆ ਗਿਆ ਹੁਣ ਸਾਨੂੰ ਆਰਟੀਕਲ 69 ਕੀ ਕਹਿੰਦਾ। ਆਰਟੀਕਲ 69 ਸਾਨੂੰ ਕਹਿੰਦਾ ਕਿ ਉਪ ਰਾਸ਼ਟਰਪਤੀ ਦੀ ਸਹੁੰ VP ਨੂੰ ਮਤਲਬ ਕਿ ਅਹੁਦੇ ਦੀ ਸਹੁੰ ਰਾਸ਼ਟਰਪਤੀ, ਠੀਕ ਆ ਜੀ। ਪਹਿਲੀ ਗੱਲ ਤਾਂ ਆਪਣਾ ਕੁਐਸਚਨ ਇਹ ਬਣੂਗਾ ਇਹਦੇ ਵਿੱਚ ਕਿ ਜਿਹੜੀ ਉਪ ਰਾਸ਼ਟਰਪਤੀ ਦੀ ਜਿਹੜੀ ਸਹੁੰ ਹੁੰਦੀ ਆ, ਠੀਕ ਆ ਜੀ, ਓਥ ਹੁੰਦੀ ਆ, ਠੀਕ ਆ, ਉਹ ਕੌਣ ਚੁਕਵਾਉਂਦਾ? ਉਹ ਚੁਕਵਾਉਂਦਾ ਵਾ ਜੀ ਆਪਣਾ ਰਾਸ਼ਟਰਪਤੀ ਚੁਕਵਾਊਗਾ ਜਾਂ ਰਾਸ਼ਟਰਪਤੀ ਦੁਆਰਾ ਨਿਯੁਕਤ ਕੀਤੇ ਗਏ ਕਿਸੇ ਵਿਅਕਤੀ ਨੂੰ। ਮੰਨ ਲਓ ਰਾਸ਼ਟਰਪਤੀ ਅਵੇਲੇਬਲ ਨਹੀਂ, ਰਾਸ਼ਟਰਪਤੀ ਕਿਸੇ ਨੂੰ ਇੱਕ ਬੰਦੇ ਨੂੰ ਇੱਕ ਚਾਰਜ ਸੰਭਾਲ ਦਿੰਦਾ ਕਿ ਹਾਂ ਤੁਸੀਂ ਇਹਨੂੰ ਨਿਯੁਕਤ ਕਰ, ਜਿੱਦਾਂ ਕਿ CGI ਨੂੰ ਮਤਲਬ ਦਿੱਤਾ, CGI ਨੂੰ ਕਹਤਾ ਵੀ ਰਾਸ਼ਟਰਪਤੀ ਨੇ ਕਹਤਾ ਵੀ ਤੁਸੀਂ ਇਹਦੀ ਵਾਈਸ ਪ੍ਰੈਜ਼ੀਡੈਂਟ ਦੀ ਨਿਯੁਕਤੀ ਕਰ ਦਿਓ, ਠੀਕ ਹੈ, ਓਥ, ਠੀਕ ਹੈ ਜੀ। ਓਥ ਆਪਣੀ ਜਿਹੜੀ ਸਹੁੰ ਵਾ ਸਹੁੰ ਚੁਕਾ ਦਿਓ
ਤਾਂ CGI ਚੁਕਾ ਦੇਗਾ, ਅਦਰਵਾਈਜ਼ ਰਾਸ਼ਟਰਪਤੀ। ਠੀਕ ਹੈ ਜੀ। ਸੋ ਰਾਸ਼ਟਰਪਤੀ ਨੂੰ ਇਹ ਆਪਦਾ ਜਿਹੜਾ ਆਪਣਾ ਹੁੰਦਾ ਵਾ ਨਾ ਕੀ ਕਹਿੰਦੇ ਹੁੰਦੇ ਆ ਅਸਤੀਫਾ ਹੁੰਦਾ ਵਾ, ਉਹ ਵੀ ਇਹ ਰਾਸ਼ਟਰਪਤੀ ਨੂੰ ਹੀ ਦਿੰਦਾ। ਠੀਕ ਹੈ ਜੀ। ਸਹੁੰ ਵੀ ਰਾਸ਼ਟਰਪਤੀ ਚੁਕਾਉਂਦਾ ਤੇ ਅਸਤੀਫਾ ਵੀ ਰਾਸ਼ਟਰਪਤੀ ਨੂੰ ਦਿੰਦਾ। ਠੀਕ ਹੈ ਜੀ। ਇਹ ਯਾਦ ਕਰ ਲੈਣਾ। ਆਰਟੀਕਲ ਇੱਕ ਇਹਦਾ ਆਰਟੀਕਲ ਵੀ ਯਾਦ ਕਰਨਾ। ਠੀਕ ਹੈ। ਜਿਹੜੀ ਸਹੁੰ ਵਾਰਾ ਉਪ ਰਾਸ਼ਟਰਪਤੀ ਦੀ ਉਹ ਕਿਹੜੇ ਆਰਟੀਕਲ 'ਚ ਆ? 69 'ਚ। ਠੀਕ ਹੈ ਜੀ। 70 ਨੰਬਰ ਆਰਟੀਕਲ ਕੀ ਕਹਿੰਦਾ? 70 ਨੰਬਰ ਆਰਟੀਕਲ ਸਾਨੂੰ ਕਹਿੰਦਾ ਵਾ ਜੀ ਜਿਹੜੀਆਂ ਸੰਕਟ ਕਾਲਾਂ ਸਥਿਤੀ ਹੋ ਗਈਆਂ, ਠੀਕ ਆ ਜੀ, ਉਹਦੇ ਵਿੱਚ ਰਾਸ਼ਟਰਪਤੀ ਦੇ ਕਾਰਜਾਂ, ਸੰਕਟ ਕਾਲੀ ਸਥਿਤੀਆਂ ਦੇ ਵਿੱਚ ਰਾਸ਼ਟਰਪਤੀ ਦੇ ਜਿਹੜੇ ਕਾਰਜ ਹੁੰਦੇ ਨੇ ਉਹਦੇ ਨਿਪਟਾਰਾ ਉਪ ਰਾਸ਼ਟਰਪਤੀ ਕਰਦਾ, ਉਹ 70 ਨੰਬਰ ਆਰਟੀਕਲ ਦੇ ਵਿੱਚ ਜ਼ਿਕਰ ਹੈ। ਠੀਕ ਹੈ ਜੀ। 71 ਨੰਬਰ ਕੀ ਕਹਿੰਦਾ? 71 ਨੰਬਰ ਕਹਿੰਦਾ ਜੀ ਉਪ ਰਾਸ਼ਟਰਪਤੀ ਚੋਣ ਨਾਲ ਜਿਹੜੇ ਵਿਵਾਦ ਮੰਨ ਲਓ ਕੋਈ ਵੀ ਜੁੜ ਗਿਆ ਤਾਂ ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਆ, ਤੇ ਉਹਦੇ ਲਈ ਜਿਹੜਾ ਆਖਰੀ ਫੈਸਲਾ ਹੋਊਗਾ ਉਹ ਸੁਪਰੀਮ ਕੋਰਟ ਦਾ ਹੀ ਹੁੰਦਾ। ਠੀਕ ਆ। ਸੋ ਇਹ ਵੀ ਆਪਣਾ ਹੋ ਗਿਆ। ਹਾਂਜੀ, ਰਾਸ਼ਟਰਪਤੀ ਦੇ ਜਿਹੜੇ ਫੰਕਸ਼ਨ ਆਪਾਂ ਮੇਨ ਜਿਹੜੇ ਇੰਪੋਰਟੈਂਟ ਫੰਕਸ਼ਨ ਕਰ ਲੈਂਦੇ ਹਾਂ ਰਾਸ਼ਟਰਪਤੀ ਦੇ, ਉਪ ਰਾਸ਼ਟਰਪਤੀ ਦੇ। ਠੀਕ ਹੈ ਜੀ। ਬਾਰ-ਬਾਰ ਰਾਸ਼ਟਰਪਤੀ ਮੂੰਹ ਦੇ ਵਿੱਚੋਂ ਨਿਕਲ ਰਿਹਾ। ਠੀਕ ਹੈ ਜੀ। ਸੋ ਤੁਸੀਂ ਥੋੜ੍ਹਾ ਐਡਜਸਟ ਕਰਨਾ ਵਾਈਸ ਪ੍ਰੈਜ਼ੀਡੈਂਟ ਦੇ। ਠੀਕ ਆ। ਵਾਈਸ ਪ੍ਰੈਜ਼ੀਡੈਂਟ ਦੇ ਕੰਮ। ਠੀਕ ਆ ਜੀ। ਹੁਣ ਜੀ ਪਹਿਲੀ ਗੱਲ ਤਾਂ ਇਹ ਕਿ ਰਾਜ ਸਭਾ ਦੇ ਚੇਅਰਮੈਨ ਵਜੋਂ ਕੰਮ ਕਰਦਾ ਇਹ। ਠੀਕ ਹੈ ਜੀ। ਰਾਜ ਸਭਾ ਦੇ ਚੇਅਰਮੈਨ ਵਜੋਂ ਕੌਣ ਕੰਮ ਕਰਦਾ ਵਾ? ਆਪਣਾ ਰਾਸ਼ਟਰਪਤੀ। ਆਪਾਂ ਪੜ੍ਹ ਲਿਆ ਹੋਇਆ ਵਾ। ਠੀਕ ਹੈ। ਐਕਸ ਅਫੀਸ਼ੀਓ ਚੇਅਰਮੈਨ ਹੁੰਦਾ ਰਾਜ ਸਭਾ ਦਾ। ਬਾਈ ਚਾਂਸ ਮੌਤ ਹੋ ਜਾਂਦੀ ਆ ਰਾਸ਼ਟਰਪਤੀ ਦੀ, ਅਸਤੀਫਾ ਦੇ ਦਿੰਦਾ ਜਾਂ ਹਟਾਉਣ ਦੇ ਕਾਰਨ ਰਾਸ਼ਟਰਪਤੀ ਦੀ ਜਦੋਂ ਗੈਰ ਹਾਜ਼ਰੀ ਹੁੰਦੀ ਆ ਤਾਂ ਗੈਰ ਮੌਜੂਦਗੀ ਦੇ ਵਿੱਚ ਰਾਸ਼ਟਰਪਤੀ ਵਜੋਂ ਪੂਰੀ ਤਰ੍ਹਾਂ ਨਾਲ ਕੰਮ ਕਰ ਸਕਦਾ ਹੈ 6 ਮਹੀਨੇ। ਠੀਕ ਹੈ। 6 ਮਹੀਨੇ ਦਾ ਪੀਰੀਅਡ ਹੁੰਦਾ ਵਾ। ਠੀਕ ਹੈ। 6 ਮਹੀਨੇ ਦੇ ਪੀਰੀਅਡ ਤੋਂ ਬਾਅਦ ਇਲੈਕਸ਼ਨ ਕਰਵਾਉਣੀ ਪੈਂਦੇ ਆ ਰਾਸ਼ਟਰਪਤੀ ਦੇ। ਠੀਕ ਹੈ ਜੀ। ਜਿਹੜਾ ਉਪ ਰਾਸ਼ਟਰਪਤੀ ਹੁੰਦਾ ਨਾ, ਰਾਸ਼ਟਰਪਤੀ ਵਜੋਂ ਕੰਮ ਕਰਦੇ ਹੋਏ ਉਸ ਟਾਈਮ ਦੇ ਤਾਂ ਰਾਜ ਸਭਾ ਦਾ ਜਿਹੜਾ ਚੇਅਰਮੈਨ ਦਾ ਫਰਜ਼ ਨਹੀਂ ਨਿਭਾਉਂਦਾ। ਉਸ ਟਾਈਮ ਦੇ ਉੱਤੇ ਜਿਹੜਾ ਉਪ ਚੇਅਰਮੈਨ ਹੁੰਦਾ ਸੀਗਾ, ਵਾਈਸ ਜਿਹੜਾ ਡੈਪੂਟੀ ਚੇਅਰਮੈਨ ਹੁੰਦਾ ਵਾ, ਉਹ ਰਾਜ ਸਭਾ ਦਾ ਚੇਅਰਮੈਨ ਦਾ ਫਰਜ਼ ਨਿਭਾਉਂਦਾ। ਠੀਕ ਹੈ ਜੀ। ਜਿਹੜਾ ਜੀ ਵਾਈਸ ਪ੍ਰੈਜ਼ੀਡੈਂਟ ਹੁੰਦਾ ਸਿਰਫ ਵੱਧ ਤੋਂ ਵੱਧ 6 ਮਹੀਨਿਆਂ ਦੀ ਮਿਆਦ, ਵੱਧ ਤੋਂ ਵੱਧ ਮੈਕਸੀਮਮ ਪੀਰੀਅਡ ਲਈ 6 ਮਹੀਨਿਆਂ ਲਈ ਉਹ ਰਾਸ਼ਟਰਪਤੀ ਵਜੋਂ ਕੰਮ ਕਰ ਸਕਦਾ ਵਾ, ਜਿਸ ਦੇ ਅੰਦਰ ਇੱਕ ਨਵਾਂ ਰਾਸ਼ਟਰਪਤੀ ਚੁਣਿਆ ਜਾਣਾ ਜ਼ਰੂਰੀ ਹੁੰਦਾ ਵਾ। ਠੀਕ ਹੈ ਜੀ। ਸੋ ਇਹ ਆਪਾਂ ਕਰ ਲਿਆ 3-4 ਵਾਰੀ ਆਪਾਂ ਇਹ ਲਾਈਨ ਰਿਪੀਟ ਕਰਤੀ ਹੋਏ। ਸੋ ਇਹ ਬਾਰ-ਬਾਰ ਲਾਈਨ ਇਸ ਲਈ ਆ ਰਹੀ ਆ ਕਿਉਂਕਿ ਇਹ ਇੰਪੋਰਟੈਂਟ ਬਣਦਾ ਵਾ, ਇਹ ਕੁਐਸਚਨ ਪੇਪਰ ਦੇ ਵਿੱਚ ਬਣਦਾ ਵਾ। ਠੀਕ ਹੈ ਜੀ। ਇਸ ਤੋਂ ਇਲਾਵਾ ਜਦੋਂ ਮੌਜੂਦਾ ਰਾਸ਼ਟਰਪਤੀ ਗੈਰ ਹਾਜ਼ਰ ਹੋਵੇ, ਬਿਮਾਰੀ ਕਾਰਨ ਆਪਣੇ ਕਾਰਜਾਂ ਨੂੰ ਚਲਾਉਣ ਦਾ ਸਮਰਥ ਹੋ ਜਾਵੇ, ਠੀਕ ਹੈ ਜੀ, ਜਾਂ ਕਿਸੇ ਕਾਰਨ ਕਰਕੇ ਉਪ ਰਾਸ਼ਟਰਪਤੀ ਆਪਣੇ ਕਾਰਜਾਂ ਨੂੰ ਉਦੋਂ ਤੱਕ ਨਿਭਾਉਂਦਾ ਹੈ ਜਦੋਂ ਤੱਕ ਆਪਦਾ ਰਾਸ਼ਟਰਪਤੀ ਆਪਣਾ ਕੰਮ ਸ਼ੁਰੂ ਨਹੀਂ ਕਰ ਦਿੰਦਾ। ਠੀਕ ਹੈ। ਮਤਲਬ ਰਾਸ਼ਟਰਪਤੀ ਬਿਮਾਰ ਹੋ ਗਿਆ, ਕੋਈ ਕਿਸੇ ਕਾਰਨ ਕਰਕੇ ਉਹਨੂੰ ਕੋਈ ਪ੍ਰੋਬਲਮ ਹੋ ਗਈ, ਠੀਕ ਆ, ਗੈਰ ਹਾਜ਼ਰ ਹੋ ਗਿਆ, ਤਾਂ ਉਪ ਰਾਸ਼ਟਰਪਤੀ ਉਹਦੀ ਭੂਮਿਕਾ ਨਿਭਾ ਸਕਦਾ ਵਾ। ਠੀਕ ਹੈ ਜੀ। ਸੋ ਨੈਕਸਟ, ਉਪ ਰਾਸ਼ਟਰਪਤੀ ਦੀ ਜਿਹੜੀ ਆਪਣੀ ਤਨਖਾਹ ਹੁੰਦੀ ਆ ਨਾ, ਉਹ ਜ਼ੀਰੋ ਤਾਂ ਨਹੀਂ ਹੁੰਦੀ, ਜ਼ੀਰੋ ਉਹਦੇ ਅਹੁਦੇ ਵਜੋਂ ਜ਼ੀਰੋ ਹੀ ਹੁੰਦੀ ਆ। ਠੀਕ ਹੈ ਜੀ। ਬਟ ਜਿਹੜਾ ਮੰਨ ਲਓ ਉਪ ਰਾਸ਼ਟਰਪਤੀ ਨੂੰ ਰਾਜ ਸਭਾ ਦੇ ਚੇਅਰਮੈਨ ਦੇ ਹੈਸੀਅਤ ਦੇ ਨਾਲ ਤਨਖਾਹ ਮਿਲਦੀ ਆ। ਠੀਕ ਹੈ ਜੀ। ਕਿੰਨੀ ਤਨਖਾਹ ਵਾ ਵਾਈਸ ਪ੍ਰੈਜ਼ੀਡੈਂਟ ਦੀ? 4 ਲੱਖ ਰੁਪਈਆ। ਠੀਕ ਆ। ਪ੍ਰੈਜ਼ੀਡੈਂਟ ਦੀ ਕਿੰਨੀ ਸੈਲਰੀ ਆ? 5 ਲੱਖ ਰੁਪਈਆ। ਠੀਕ ਆ। ਇਹ ਤੁਸੀਂ ਯਾਦ ਕਰ ਲੈਣੇ ਆ, ਕਈ ਵਾਰ ਪੇਪਰ ਦੇ ਵਿੱਚ ਕੁਐਸਚਨ ਆ ਸਕਦਾ ਵਾ, ਮੈਂ ਐਡ ਨਹੀਂ ਕੀਤਾ ਵੈਸੇ, ਘੱਟ ਬਣਦਾ ਵਾ ਬਟ ਆ ਸਕਦਾ। 4 ਲੱਖ ਰੁਪਈਆ ਸੈਲਰੀ ਹੈਗੀ ਆ ਵਾਈਸ ਪ੍ਰੈਜ਼ੀਡੈਂਟ ਦੀ। ਠੀਕ ਹੈ ਜੀ। 5 ਲੱਖ ਰੁਪਈਆ ਸੈਲਰੀ ਹੈਗੀ ਆਪਣੀ ਪ੍ਰੈਜ਼ੀਡੈਂਟ ਦੀ। ਠੀਕ ਹੈ ਜੀ। ਹਾਂ ਜੀ, ਪ੍ਰੈਜ਼ੀਡੈਂਟ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਨੇ ਨਾ, ਠੀਕ ਆ, ਉਹਨੂੰ ਕੰਡਕਟ ਅਥਾਰਟੀ ਕਿਹੜੀ ਕਿਹਦੇ ਅੰਡਰ ਹੁੰਦੀ ਆ? ਜਿਹੜੇ ਇਹਨਾਂ ਦੇ ਮਤਲਬ ਇਲੈਕਸ਼ਨ ਹੁੰਦੇ ਨੇ ਜਿਹੜੇ ਆਫਿਸ ਦੇ, ਸੋ ਇਹਨੂੰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਦੇਖ ਰੇਖ ਦੇ ਤਹਿਤ ਹੁੰਦੇ ਆ। ਠੀਕ ਆ। ਇਲੈਕਟ ਕਰਦੇ ਨੇ ਜਿਹੜੇ ਮੈਂਬਰ ਹੁੰਦੇ ਨੇ, ਉਹ ਆਪਾਂ ਪੜ੍ਹਿਆ ਹੋਇਆ ਕਿ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰ ਕਰਦੇ ਨੇ, ਬਟ ਜਿਹੜੇ ਇਹਦੀ ਇਲੈਕਸ਼ਨ ਹੁੰਦੇ ਨੇ, ਠੀਕ ਆ, ਉਹ ਇਹਦੀ ਮੌਜੂਦਗੀ ਦੇ ਵਿੱਚ ਹੁੰਦੇ ਆ ਆਪਣੇ ਜਿਹੜੇ ਭਾਰਤ ਦੇ ਚੋਣ ਕਮਿਸ਼ਨ ਦੁਆਰਾ ਕਰਾਏ ਜਾਂਦੇ ਆ। ਠੀਕ ਹੈ ਜੀ। ਹੁਣ MCQ ਆ ਗਏ ਜੀ ਆਪਣੇ। ਹਾਂਜੀ, ਭਾਰਤ ਦੇ ਉਪ ਰਾਸ਼ਟਰਪਤੀ, ਇਹਦੇ ਵਿੱਚ ਆਪਾਂ ਪ੍ਰੈਜ਼ੀਡੈਂਟ ਦੇ ਵੀ MCQ ਕਰਾਂਗੇ ਤੇ ਵਾਈਸ ਪ੍ਰੈਜ਼ੀਡੈਂਟ ਦੇ ਵੀ MCQ ਕਰਾਂਗੇ। ਠੀਕ ਆ। ਜਿਹੜਾ ਕਿ ਭਾਰਤ ਦੇ ਉਪ ਰਾਸ਼ਟਰਪਤੀ ਦੀ ਚੋਣ ਇੱਕ ਚੋਣਕਾਰ ਕਾਲਜ ਜਿਹੜਾ ਕਿ ਇਲੈਕਟੋਰਲ ਕਾਲਜ ਹੁੰਦਾ, ਉਹਦੇ ਕਿਹੜੇ ਮੈਂਬਰਾਂ ਦੇ ਦੁਆਰਾ ਕੀਤੀ ਜਾਂਦੀ ਆ? ਠੀਕ ਹੈ ਜੀ। ਪਹਿਲਾ ਕੁਐਸਚਨ ਬਣ ਗਿਆ ਉਪ ਰਾਸ਼ਟਰਪਤੀ, ਵਾਈਸ ਪ੍ਰੈਜ਼ੀਡੈਂਟ ਸਿਰਫ ਓਨਲੀ ਇਲੈਕਟਡ ਮੈਂਬਰ ਆਫ ਦਾ ਬੋਥ ਹਾਊਸ ਆਫ ਦਾ ਪਾਰਲੀਮੈਂਟ, ਗਲਤ ਹੋ ਗਿਆ ਜੀ। ਠੀਕ ਹੈ ਜੀ। ਇਲੈਕਟਡ ਆ ਗਿਆ, ਨਹੀਂ ਗਾ ਜੀ। ਠੀਕ ਹੈ। ਇਹ ਪ੍ਰੈਜ਼ੀਡੈਂਟ ਦੇ ਮਾਮਲੇ 'ਚ ਹੁੰਦਾ ਆਲ ਦਾ ਮੈਂਬਰ ਆਫ ਦਾ ਬੋਥ ਹਾਊਸ ਆਫ ਦਾ ਪਾਰਲੀਮੈਂਟ, ਸੋ ਇਹਨੂੰ ਆਪਾਂ ਰੱਖ ਲੈਂਦੇ ਹਾਂ। ਠੀਕ ਹੈ ਜੀ। ਓਨਲੀ ਇਲੈਕਟਡ ਮੈਂਬਰ ਆਫ ਦਾ ਰਾਜ ਸਭਾ ਐਂਡ ਸਟੇਟ ਅਸੈਂਬਲੀ, ਨਹੀਂ ਜੀ, ਸਟੇਟ ਅਸੈਂਬਲੀ ਦਾ ਇਹ 'ਚ ਪਾਰਟ ਹੀ ਨਹੀਂ ਲੈਂਦੀ ਵਾਈਸ ਪ੍ਰੈਜ਼ੀਡੈਂਟ ਦੇ ਜਿਹੜੇ ਇਲੈਕਸ਼ਨ ਆ। ਓਨਲੀ ਇਲੈਕਟਡ ਮੈਂਬਰ ਆਫ ਸਟੇਟ ਅਸੈਂਬਲੀਜ਼, ਇਹ ਵੀ ਗਲਤ ਹੋ ਗਿਆ। ਸੋ ਆਪਣਾ 2 ਨੰਬਰ B ਨੰਬਰ ਆ ਗਿਆ। ਸਿਰਫ ਤੇ ਸਿਰਫ ਜਿਹੜੇ ਮੈਂਬਰ ਨੇ, ਸਾਰੇ ਮੈਂਬਰ ਚਾਹੇ ਨੋਮੀਨੇਟ ਹੋ ਗਏ, ਠੀਕ ਆ, ਚਾਹੇ ਆਪਣੇ ਦੂਸਰੇ ਹੋ ਗਏ ਨੋਮੀਨੇਟ ਹੋ ਗਏ, ਚਾਹੇ ਇਲੈਕਟਡ ਮੈਂਬਰ ਨੇ, ਦੋਨੇ ਪਾਰਟ ਲੈਂਦੇ ਨੇ। ਠੀਕ ਹੈ ਜੀ। ਸੋ ਸਿੰਗਲ ਟਰਾਂਸਫਰੇਬਲ ਵੋਟ ਰਾਹੀਂ ਹੁੰਦੇ ਆ। ਠੀਕ ਹੈ। ਇਲੈਕਟਡ ਮੈਂਬਰ ਆਫ ਬੋਥ ਲੋਕ ਸਭਾ ਤੇ ਰਾਜ ਸਭਾ। ਉਪ ਰਾਸ਼ਟਰਪਤੀ ਨੂੰ ਇੱਕ ਮਤੇ ਦੁਆਰਾ ਉਸ ਨੂੰ ਅਹੁਦੇ ਤੋਂ ਹਟਾਇਆ ਜਾਂਦਾ ਵਾ। ਆਪਾਂ ਕਹਿੰਦਾ ਕਿ ਰੈਜ਼ੋਲੂਸ਼ਨ ਪਾਸ ਹੁੰਦਾ, ਕਿੱਥੇ ਹਟਾਇਆ ਜਾਂਦਾ? ਦੇਖੋ ਜੀ, ਇਹ ਬਹੁਤ ਟ੍ਰਿਕੀ ਕੁਐਸਚਨ ਬਣਦਾ ਵਾ ਕਿ ਜਦੋਂ ਇਹਦਾ ਰੈਜ਼ੋਲੂਸ਼ਨ ਹੁੰਦਾ ਵਾ ਕਿਹਦੇ ਰਾਜ ਸਭਾ ਦੇ ਵਿੱਚ ਹੁੰਦਾ, ਆਪਾਂ ਪੜ੍ਹਿਆ ਹੋਇਆ। ਠੀਕ ਆ। ਰਾਜ ਸਭਾ ਦੇ ਵਿੱਚ ਇਹ ਨੰਬਰ ਬਿਲਕੁਲ ਸਹੀ ਹੋ ਗਈ। ਸੋ ਇਹ ਆਪਣੇ ਗਲਤ ਹੋ ਗਏ। ਲੋਕ ਸਭਾ ਦੇ ਵਿੱਚ ਜਸਟ ਇੱਕ ਸਧਾਰਨ ਬਹੁਮਤ ਹੁੰਦਾ, ਬਟ ਐਕਚੁਅਲ ਦੇ ਵਿੱਚ ਜਿਹੜਾ ਹਟਾਇਆ ਜਾਂਦਾ ਵਾ ਉਹ ਰਾਜ ਸਭਾ ਦੇ ਵਿੱਚ ਹੀ ਰੈਜ਼ੋਲੂਸ਼ਨ ਪਾਸ ਹੁੰਦਾ। ਨੈਕਸਟ ਕਰਾਂਗੇ ਜੀ ਆਪਾਂ ਰਾਜ ਸਭਾ ਦਾ ਜਿਹੜਾ ਐਕਸ ਅਫੀਸ਼ੀਓ ਚੇਅਰਮੈਨ ਕੌਣ ਹੁੰਦਾ? ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਇਹ ਪੇਪਰ ਦੇ ਵਿੱਚ ਬਹੁਤ ਵਾਰ ਰਿਪੀਟ ਹੋਇਆ ਵਾ। ਠੀਕ ਆ। ਵਾਈਸ ਪ੍ਰੈਜ਼ੀਡੈਂਟ ਆਪਣਾ ਆਨਸਰ ਬਣ ਜਾਏਗਾ। ਠੀਕ ਆ। ਨੈਕਸਟ ਆ ਗਿਆ ਕੁਐਸਚਨ ਨੰਬਰ 4 ਕਰਾਂਗੇ ਜੀ ਆਪਾਂ।
4 ਨੰਬਰ ਕੁਐਸਚਨ ਆਪਣਾ 3 ਕੁਐਸਚਨ ਹੋ ਗਏ ਹੋਏ ਆ ਜੀ। ਬਿਲਕੁਲ ਜੀ 4 ਨੰਬਰ ਕੁਐਸਚਨ ਸਾਡਾ ਕਹਿੰਦਾ ਵਾ ਜੀ ਭਾਰਤੀ ਸੰਵਿਧਾਨ ਦਾ ਕਿਹੜਾ ਆਰਟੀਕਲ ਆ ਜਿਹੜਾ ਕਹਿੰਦਾ ਕਿ ਭਾਰਤ ਦਾ ਇੱਕ ਉਪ ਰਾਸ਼ਟਰਪਤੀ ਹੋਵੇਗਾ। ਠੀਕ ਆ, ਇਹ ਵੀ ਬਹੁਤ ਇੰਪੋਰਟੈਂਟ ਕੁਐਸਚਨ ਮੰਨਦਾ। ਆਰਟੀਕਲ 63 ਸਾਨੂੰ ਕਹਿੰਦਾ ਵਾ ਕਿ ਭਾਰਤ ਦਾ ਇੱਕ ਰਾਸ਼ਟਰਪਤੀ ਹੋਣਾ ਚਾਹੀਦਾ। ਠੀਕ ਆ, ਭਾਰਤੀ ਸੰਵਿਧਾਨ ਦੇ ਮੁਤਾਬਕ ਜਿਹੜੇ ਵਾਈਸ ਪ੍ਰੈਜ਼ੀਡੈਂਟ ਦੇ ਜਿਹੜੇ ਇਲੈਕਸ਼ਨ ਹੁੰਦੇ ਨੇ ਤੇ ਉਹਦੀ ਪ੍ਰਕਿਰਿਆ ਸੰਵਿਧਾਨ ਦੇ ਕਿਹੜੇ ਆਰਟੀਕਲ ਦੇ ਵਿੱਚ ਦਰਜ ਆ। ਠੀਕ ਆ, ਇਹ ਵੀ ਤੁਸੀਂ ਬਹੁਤ ਇੰਪੋਰਟੈਂਟ ਕੁਐਸਚਨ ਮੰਨਦਾ ਵਾ। ਆਰਟੀਕਲ ਨੰਬਰ 66 ਦੇ ਵਿੱਚ ਦਰਜ ਆ। ਆਰਟੀਕਲ ਸਾਰੇ ਤੁਸੀਂ ਯਾਦ ਕਰ ਲੈਣੇ ਆ। ਠੀਕ ਹੈ ਜੀ, ਭਾਰਤੀ ਸੰਵਿਧਾਨ ਦਾ ਕਿਹੜਾ ਆਰਟੀਕਲ ਆ ਜਿਹੜਾ ਕਹਿੰਦਾ ਵਾ ਕਿ ਭਾਰਤ ਦਾ ਇੱਕ ਰਾਸ਼ਟਰਪਤੀ ਹੋਏਗਾ। ਠੀਕ ਆ, ਉਪ ਰਾਸ਼ਟਰਪਤੀ ਦੀ ਗੱਲ ਹੋ ਰਹੀ ਸੀ, ਜਿਹੜਾ ਆਰਟੀਕਲ 63 ਦੇ ਵਿੱਚ ਦਰਜ ਆ। ਤਾਂ ਹੁਣ ਦੱਸੋ ਜੀ ਭਾਰਤ ਦਾ ਰਾਸ਼ਟਰਪਤੀ ਹੋਵੇਗਾ ਕਿਹੜੇ ਆਰਟੀਕਲ ਦੇ ਵਿੱਚ ਦਰਜ ਆ। ਆਰਟੀਕਲ 52 ਮੋਸਟ ਇੰਪੋਰਟੈਂਟ ਕੁਐਸਚਨ। ਠੀਕ ਹੈ ਜੀ, 7 ਨੰਬਰ ਆ ਗਿਆ ਜੀ ਸਾਡਾ। ਕੌਣ ਰਾਸ਼ਟਰਪਤੀ ਚੋਣ ਵਿੱਚ ਹਿੱਸਾ ਲੈਂਦਾ। ਰਾਸ਼ਟਰਪਤੀ ਦੇਖੋ ਜੀ ਇਹ ਬਹੁਤ ਇੰਪੋਰਟੈਂਟ ਕੁਐਸਚਨ ਬਣਦਾ ਵਾ। ਠੀਕ ਹੈ, ਕੌਣ ਚੋਣ ਦੇ ਵਿੱਚ ਹਿੱਸਾ ਲੈਂਦਾ। ਪਹਿਲਾਂ ਤਾਂ ਉਹ ਕਹਿੰਦੇ ਜੀ ਇਲੈਕਟਡ ਮੈਂਬਰ ਜਿਹੜੇ ਹੁੰਦੇ ਆ ਬੋਥ ਹਾਊਸ ਆਫ ਪਾਰਲੀਮੈਂਟ। ਬਿਲਕੁਲ 101% ਸਹੀ ਆ ਜੀ। ਇਲੈਕਟਡ ਮੈਂਬਰ ਜਿਹੜੇ ਹੁੰਦੇ ਨੇ ਬੋਥ ਪਾਰਲੀਮੈਂਟ ਦੇ ਉਹ ਹਿੱਸਾ ਲੈਂਦੇ ਰਾਸ਼ਟਰਪਤੀ ਦੀ ਚੋਣ ਦੇ ਵਿੱਚ। ਰਾਜ ਵਿਧਾਨ ਸਭਾ ਦੇ ਇਲੈਕਟਡ ਐਂਡ ਨੋਮੀਨੇਟ ਮੈਂਬਰ ਆਫ ਦਾ ਸਟੇਟ ਅਸੈਂਬਲੀ ਸਟੇਟ ਲੈਜਿਸਲੇਟਿਵ ਅਸੈਂਬਲੀ। ਨਹੀਂ ਜੀ ਇਹ ਆਪਣਾ ਗਲਤ ਹੋ ਜਾਏਗਾ ਕਿਉਂਕਿ ਇਹਦੇ ਵਿੱਚ ਆਪਣਾ ਸਿਰਫ ਤੇ ਜਿਹੜੇ ਸਟੇਟ ਮੈਂਬਰ ਦੇ ਹੁੰਦੇ ਆ ਉਹ ਵੀ ਆਪਣੇ ਇਲੈਕਟਡ ਹੁੰਦੇ ਨੇ। ਠੀਕ ਹੈ ਜੀ, ਸੋ ਨਾਟ ਨੋਮੀਨੇਟਡ। ਠੀਕ ਹੈ ਜੀ, ਸਾਰੇ ਜਿਹੜੇ ਆਪਣੇ ਮੰਨ ਲਓ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਮੈਂਬਰ ਜਿਹੜੇ ਹੁੰਦੇ ਨੇ। ਠੀਕ ਆ, ਸਾਰੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਮੈਂਬਰ ਜਿਹੜੇ ਹੁੰਦੇ ਨੇ ਇਹ ਤਾਂ ਪੂਰੀ ਤਰ੍ਹਾਂ ਨਹੀਂ ਗਲਤ ਹੋ ਗਿਆ। ਠੀਕ ਆ ਜੀ, ਸੋ ਇਹਦੇ ਵਿੱਚ ਅਗਰ ਆਪਾਂ ਗੱਲ ਕਰੀਏ ਤਾਂ ਰਾਸ਼ਟਰਪਤੀ ਦੇ ਚੋਣ ਦੇ ਵਿੱਚ ਇਹਦੇ ਵਿੱਚ ਜਿਹੜੇ ਆਹ ਦਿੱਤੇ ਹੋਏ ਨੇ। ਠੀਕ ਆ, ਸਿਰਫ ਆਹ ਦਿੱਤੇ ਹੋਏ ਨੇ ਉਹਦੇ ਵਿੱਚ ਆਪਣੇ ਸਿਰਫ ਸੰਸਦ ਦੇ ਦੋਵੇਂ ਸਦस्य। ਸੋ ਇਹ ਆਪਸ਼ਨ ਆਪਣੀ ਸਹੀ ਹੋ ਜਾਏਗੀ। ਠੀਕ ਆ, ਸੋ ਕਈ ਵਾਰ ਨਾ ਕੁਐਸਚਨ ਇਸ ਤਰ੍ਹਾਂ ਨਾਲ ਦਿੰਦਾ ਐਗਜ਼ਾਮੀਨਰ ਕਿ ਉਹ ਆਪਸ਼ਨ ਦੇ ਵਿੱਚ ਹੀ ਦਿੰਦਾ ਕਿ ਇਹਨਾਂ ਦੇ ਵਿੱਚੋਂ ਦੱਸੋ। ਠੀਕ ਹੈ, ਅਦਰਵਾਈਜ਼ ਤਾਂ ਅਗਰ ਆਪਾਂ ਗੱਲ ਕਰੀਏ ਥੱਲੇ ਐਡ ਕੀਤਾ ਹੋਇਆ ਮੇਰਾ ਵੀ ਟੋਟਲ ਕਿਹੜੇ ਲੈਂਦੇ ਨੇ ਉਹ ਸਾਰਾ ਆਪਾਂ 2-3 ਵਾਰੀ ਕਰ ਵੀ ਚੁੱਕੇ ਹਾਂ। ਉਹ ਦੁਬਾਰਾ ਆਪਾਂ ਨੂੰ ਕਰਨ ਦੀ ਲੋੜ ਨਹੀਂ ਕਿ ਇਲੈਕਟਡ ਮੈਂਬਰ ਜਿਹੜੇ ਹੁੰਦੇ ਨੇ ਬੋਥ ਹਾਊਸ ਪਾਰਲੀਮੈਂਟ ਦੇ, ਇਲੈਕਟਡ ਮੈਂਬਰ ਹੁੰਦੇ ਨੇ ਜਿਹੜੇ ਸਟੇਟ ਲੈਜਿਸਲੇਚਰ ਦੇ। ਠੀਕ ਹੈ, ਤੇ ਜਿਹੜੇ ਓਨਲੀ ਇਲੈਕਟਡ ਮੈਂਬਰ ਉਹ ਦਿੱਲੀ ਤੇ ਪੁਡੂਚੇਰੀ ਲੈਜਿਸਲੇਚਰ ਦੇ। ਠੀਕ ਹੈ ਜੀ, ਸੋ ਇਹ ਆਪਣਾ ਹੋ ਗਿਆ ਹੋਇਆ। ਸੋ ਰਾਸ਼ਟਰਪਤੀ ਬਣਨ ਲਈ ਕਿਹੜੀਆਂ ਯੋਗਤਾਵਾਂ ਹੋਣੀਆਂ ਚਾਹੀਦੀਆਂ ਨੇ। 35 ਸਾਲ ਉਹਦੀ ਉਮਰ ਹੋਣੀ ਚਾਹੀਦੀ ਆ। ਬਿਲਕੁਲ ਸਹੀ ਆ ਜੀ। ਹੀ ਸ਼ੁੱਡ ਬੀ ਐਲੀਜੀਬਲ ਟੂ ਦਾ ਇਲੈਕਟਡ ਆਫ ਦਾ ਐਜ਼ ਏ ਮੈਂਬਰ। ਨਹੀਂ ਜੀ, ਰਾਜ ਸਭਾ ਨਹੀਂ ਜੀ, ਉਹ ਲੋਕ ਸਭਾ ਦੇ ਮੈਂਬਰ ਵਜੋਂ ਇਲੈਕਟਡ ਉਹਦੀ ਯੋਗਤਾ ਹੋਣੀ ਚਾਹੀਦੀ ਹੈ। ਠੀਕ ਆ, ਮਸਟ ਬੀ ਏ ਸਿਟੀਜ਼ਨ ਆਫ ਇੰਡੀਆ। ਬਿਲਕੁਲ ਸਹੀ ਆ। ਸੋ ਏ ਤੇ ਸੀ ਆਪਣਾ ਸਹੀ ਹੋ ਜਾਏਗਾ। ਠੀਕ ਆ ਜੀ, ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਕਰੈਕਟਲੀ ਮੈਚ। ਲਓ ਜੀ ਹੁਣ ਆ ਗਿਆ ਨੋਟ ਦਿੱਤਾ। 54 ਨੰਬਰ ਆਰਟੀਕਲ ਕਹਿੰਦਾ ਜੀ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਦਿੱਤਾ ਹੋਇਆ ਵੀ ਇਲੈਕਸ਼ਨ ਕਿੱਦਾਂ ਹੁੰਦੇ ਆ। ਸੋ ਇਹ ਹੁੰਦਾ ਮੈਨਰ ਆਫ ਇਲੈਕਸ਼ਨ ਕਿਸ ਤਰ੍ਹਾਂ ਹੁੰਦੇ ਆ। ਇਹਦੇ ਵਿੱਚ ਦਿੱਤਾ ਕਿ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਦੇ ਵਿੱਚ ਕੌਣ ਪਾਰਟੀਸਪੇਟ ਕਰਦਾ ਵਾ ਉਹ ਦਿੱਤਾ ਹੋਇਆ 54 ਨੰਬਰ 'ਚ। 55 ਨੰਬਰ ਦੇ ਵਿੱਚ ਕਿੱਦਾਂ ਹੁੰਦਾ ਜਿੱਦਾਂ ਕਿ ਸਿੰਗਲ ਟਰਾਂਸਫਰੇਬਲ ਵੋਟ ਹੁੰਦੀ ਆ। MP MLA ਦੀ ਆਪਾਂ ਪਿਛਲੀ ਕਲਾਸ ਦੇ ਵਿੱਚ ਥਿਊਰੀ ਦੇ ਵਿੱਚ ਪੜ੍ਹ ਚੁੱਕੇ ਹਾਂ। ਠੀਕ ਆ ਜੀ, ਹੁਣ 61 ਨੰਬਰ ਆਰਟੀਕਲ ਕਹਿੰਦਾ ਜੀ ਇੰਪੀਚਮੈਂਟ ਆਫ ਦਾ ਪ੍ਰੈਜ਼ੀਡੈਂਟ। ਬਿਲਕੁਲ ਜੀ ਇਹ ਵੀ ਬਿਲਕੁਲ ਸਹੀ ਆ ਜੀ। ਇੰਪੀਚਮੈਂਟ ਜਿਹੜੀ ਹੁੰਦੀ ਆ ਪ੍ਰੈਜ਼ੀਡੈਂਟ ਦੀ ਉਹ 61 ਨੰਬਰ ਆਰਟੀਕਲ ਦੇ ਵਿੱਚ ਹੁੰਦੀ ਆ। ਇਹ ਵੀ ਸਹੀ ਹੋ ਗਿਆ। ਸੋ ਆਰਟੀਕਲ 60 ਆ ਆਪਣਾ ਗਲਤ ਹੋ ਗਿਆ ਕਿਉਂਕਿ 60 ਨੰਬਰ ਆਰਟੀਕਲ ਦੇ ਵਿੱਚ ਪ੍ਰੈਜ਼ੀਡੈਂਟ ਦੀ ਜਿਹੜੀ ਸਹੁੰ ਦਾ ਜ਼ਿਕਰ ਆ। ਠੀਕ ਹੈ ਜੀ, ਜੋ ਕਿ CGI ਦਵਾਉਂਦਾ। ਠੀਕ ਹੈ ਜੀ, ਆ 60 ਨੰਬਰ ਆਰਟੀਕਲ ਰਿਲੇਟਡ ਟੂ ਓਥ। ਇਹਨਾਂ ਦੇ ਵਿੱਚੋਂ ਦੱਸੋ ਜੀ ਕਿਸ ਵਿੱਚ ਰਾਸ਼ਟਰੀ ਐਮਰਜੈਂਸੀ ਦੀ ਵਿਵਸਥਾ ਦਾ ਜ਼ਿਕਰ ਹੈ। ਨੈਸ਼ਨਲ ਐਮਰਜੈਂਸੀ ਦੱਸੋ ਜੀ ਕਿਹਦੇ ਵਿੱਚ ਲੱਗਦੀ ਆ। ਸੋ ਇਹ ਆਪਾਂ ਕੀਤਾ ਹੋਇਆ ਪਿਛਲੇ 'ਚ ਕਿ 352 'ਚ ਰਾਸ਼ਟਰੀ ਐਮਰਜੈਂਸੀ ਲੱਗਦੀ ਆ, 356 'ਚ ਸਟੇਟ ਐਮਰਜੈਂਸੀ ਲੱਗਦੀ ਆ ਜਿਹਨੂੰ ਕਿ ਆਪਾਂ ਪ੍ਰੈਜ਼ੀਡੈਂਟ ਰੂਲ ਵੀ ਕਹਿ ਦਿੰਦੇ ਆ। ਠੀਕ ਹੈ ਜੀ, 360 ਦੇ ਵਿੱਚ ਫਾਈਨੈਂਸ਼ੀਅਲ ਐਮਰਜੈਂਸੀ ਲੱਗਦੀ ਆ। ਠੀਕ ਹੈ ਜੀ, ਸੋ ਅਜੇ ਤੱਕ ਆਪਣੇ ਭਾਰਤ ਦੇ ਵਿੱਚ ਫਾਈਨੈਂਸ਼ੀਅਲ ਐਮਰਜੈਂਸੀ ਨਹੀਂ ਲੱਗੀ, ਕਦੇ ਵੀ ਨਹੀਂ ਲੱਗੀ। ਠੀਕ ਹੈ, ਸੋ ਆਪਣਾ ਜਿਹੜਾ ਨੈਸ਼ਨਲ ਐਮਰਜੈਂਸੀ ਵਾਲਾ ਆਪਸ਼ਨ ਨੰਬਰ ਵੀ ਸਹੀ ਹੋ ਗਿਆ ਜੀ। ਨੈਕਸਟ ਕੁਐਸਚਨ ਤੇ ਕਰਾਂਗੇ ਜੀ ਆਪਾਂ। ਇੰਪੀਚਮੈਂਟ ਜਿਹੜੀ ਹੁੰਦੀ ਆ ਜੀ ਪ੍ਰੈਜ਼ੀਡੈਂਟ ਦੀ ਇੰਪੀਚਮੈਂਟ ਦੱਸੋ ਜੀ ਕਿੱਥੇ ਹੁੰਦੀ ਹੈ। ਮੈਂ ਤੁਹਾਨੂੰ ਪਹਿਲਾਂ ਕਰਵਾਇਆ ਹੋਇਆ ਓਨਲੀ ਇਨ ਲੋਕ ਸਭਾ, ਓਨਲੀ ਇਨ ਰਾਜ ਸਭਾ, ਸੁਪਰੀਮ ਕੋਰਟ ਦੇ ਵਿੱਚ। ਇਹ ਤਿੰਨੇ ਹੀ ਗਲਤ ਹੋ ਗਈ। ਆਈਦਰ ਹਾਊਸ ਆਫ ਪਾਰਲੀਮੈਂਟ, ਲੋਕ ਸਭਾ 'ਚ ਵੀ ਹੋ ਸਕਦੀ ਆ, ਰਾਜ ਸਭਾ 'ਚ ਵੀ ਹੋ ਸਕਦੀ ਆ। ਬਟ ਜਿਹੜਾ ਰਿਮੂਵਲ ਪ੍ਰੋਸੈਸ ਹੋ ਗਿਆ ਆਪਣਾ ਵਾਈਸ ਪ੍ਰੈਜ਼ੀਡੈਂਟ ਦਾ ਉਹ ਸਿਰਫ ਤੇ ਸਿਰਫ ਰਾਜ ਸਭਾ ਦੇ ਵਿੱਚ ਰੈਜ਼ੋਲੂਸ਼ਨ ਪਾਸ ਹੁੰਦਾ। ਠੀਕ ਹੈ ਜੀ, ਨੈਕਸਟ ਕਰਾਂਗੇ ਜੀ ਆਪਾਂ। ਭਾਰਤੀ ਸੰਵਿਧਾਨ ਦੀ ਦੱਸੋ ਜੀ ਕਿਹੜਾ ਆਰਟੀਕਲ ਆ ਜਿਹੜਾ ਕਿ ਰਾਸ਼ਟਰਪਤੀ ਨੂੰ ਸੁਪਰੀਮ ਕੋਰਟ ਨਾਲ ਸਲਾਹ ਕਰਨ ਦਾ ਅਧਿਕਾਰ ਦਿੰਦਾ। ਮੋਸਟ ਇੰਪੋਰਟੈਂਟ ਕੁਐਸਚਨ ਆ ਇਹ, ਇਹਨੂੰ ਤੁਸੀਂ ਕਰ ਲੈਣਾ। ਆਰਟੀਕਲ 143 ਕਹਿੰਦਾ ਵਾ ਕਿ ਰਾਸ਼ਟਰਪਤੀ ਆ ਜਿਹੜਾ ਸੁਪਰੀਮ ਕੋਰਟ ਦੀ ਸਲਾਹ ਲੈ ਸਕਦਾ ਵਾ, ਬਟ ਜ਼ਰੂਰੀ ਨਹੀਂ ਕਿ ਉਹਨੇ ਉਹ ਸਲਾਹ ਮੰਨਣੀ ਆ। ਠੀਕ ਹੈ, ਕਿਸੇ ਲਾਅ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਸਲਾਹ ਲੈ ਸਕਦਾ। ਭਾਰਤ ਦੇ ਰਾਸ਼ਟਰਪਤੀ ਦੀ ਹੁਣ ਤੱਕ ਸਰਬਸੰਮਤੀ ਦੇ ਨਾਲ ਜਿਹੜੀ ਚੋਣ ਹੋਈ ਆ ਉਹ ਇੱਕੋ ਇੱਕ ਉਦਾਹਰਨ ਕਿਹੜੀ ਆ ਜੀ। ਇਹ ਹੈਗੀ ਆ ਜੀ ਆਪਣੀ ਨੀਲਿਮਾ ਸੰਜੀਵ ਰੈਡੀ। ਠੀਕ ਆ, ਇਹਨਾਂ ਨੂੰ ਚੁਣਿਆ ਗਿਆ ਸੀ ਜਿਹੜਾ ਕਿ ਇਹਨਾਂ ਦੇ ਅਪੋਜੀਸ਼ਨ ਦੇ ਉੱਤੇ ਕੋਈ ਨਹੀਂ ਸੀ। ਠੀਕ ਆ, 1977 ਦੇ ਆਸ-ਪਾਸ ਦੀ ਹੋਏਗੀ ਸ਼ਾਇਦ। ਠੀਕ ਹੈ ਜੀ, ਸੋ ਤੁਸੀਂ ਚੈੱਕ ਕਰ ਲੈਣਾ, ਮੇਰੇ ਅਕੋਰਡਿੰਗ 1977 ਆ। ਠੀਕ ਹੈ ਜੀ, ਭਾਰਤ ਦੇ ਕਿਸ ਰਾਸ਼ਟਰਪਤੀ ਨੂੰ ਮਿਜ਼ਾਈਲ ਮੈਨ ਕਿਹਾ ਜਾਂਦਾ। ਮਿਜ਼ਾਈਲ ਮੈਨ ਦੱਸੋ ਜੀ ਕਿਹਨੂੰ ਕਿਹਾ ਜਾਂਦਾ। ਇਹ ਤਾਂ ਸਾਰਿਆਂ ਨੂੰ ਪਤਾ ਹੋਊਗਾ, ਡਾਕਟਰ APJ ਅਬਦੁਲ ਕਲਾਮ ਨੂੰ ਕਹਿੰਦੇ ਆ ਆਪਾਂ ਮਿਜ਼ਾਈਲ ਮੈਨ।
ਭਾਰਤ ਵਿੱਚ ਰਾਸ਼ਟਰਪਤੀ ਦੀ ਚੋਣ ਕਿਵੇਂ ਕੀਤੀ ਜਾਂਦੀ ਹੈ? ਡਾਇਰੈਕਟਲੀ ਕੀਤੀ ਜਾਂਦੀ ਹੈ? ਨਹੀਂ ਜੀ। ਰਾਜ ਸਭਾ ਦੇ ਮੈਂਬਰ ਕਰਦੇ ਆ? ਨਹੀਂ ਜੀ, ਜ਼ਰੂਰੀ ਨਹੀਂ ਵੀ ਇਕੱਲੇ ਉਹੀ ਕਰਦੇ ਨੇ। ਲੋਕ ਸਭਾ ਦੇ ਹਾਂ ਕਰਦੇ ਨੇ, ਬਟ ਇਕੱਲੇ ਉਹਨਾਂ ਦੱਸਿਆ ਵੀ ਕਿਸ ਤਰ੍ਹਾਂ ਕੀਤੀ ਜਾਂਦੀ ਹੈ। ਇਨਡਾਇਰੈਕਟ ਇਲੈਕਸ਼ਨ ਹੁੰਦੇ ਆ, ਠੀਕ ਹੈ ਜੀ। ਇਨਡਾਇਰੈਕਟ ਇਲੈਕਸ਼ਨ ਦਾ ਮਤਲਬ ਇਹ ਹੁੰਦਾ ਕਿ ਲੋਕਾਂ ਦੁਆਰਾ ਨਹੀਂ ਚੁਣੇ ਜਾਂਦੇ, ਠੀਕ ਹੈ ਜੀ। ਸਿੰਗਲ ਟਰਾਂਸਫਰੇਬਲ ਵੋਟ ਦੇ ਰਾਹੀਂ ਜਿਹੜੇ ਲੋਕ ਸਭਾ, ਰਾਜ ਸਭਾ, ਸਟੇਟ ਅਸੈਂਬਲੀ ਹੋ ਗਏ, ਅਤੇ 2 ਆਪਣੀਆਂ ਯੂਟੀ ਦੇ ਜਿਹੜੀਆਂ ਦਿੱਲੀ ਅਤੇ ਪੁਡੂਚੇਰੀ ਦੇ ਮੈਂਬਰਾਂ ਦੇ ਦੁਆਰਾ ਕੀਤੀ ਜਾਂਦੀ ਹੈ, ਠੀਕ ਹੈ, ਇਨਡਾਇਰੈਕਟਲੀ। ਨੈਕਸਟ ਆ ਗਿਆ ਜੀ ਸਾਡਾ, ਭਾਰਤ ਦਾ ਰਾਸ਼ਟਰਪਤੀ ਆਪਣਾ ਅਸਤੀਫਾ ਕਿਹਨੂੰ ਦਿੰਦਾ? ਸੋ ਇਹ ਮੋਸਟ ਇੰਪੋਰਟੈਂਟ ਕੁਐਸਚਨ ਬਣਦਾ। CGI ਨੂੰ ਦਿੰਦਾ, ਚੀਫ ਜਸਟਿਸ ਨੂੰ ਦਿੰਦਾ, ਬਟ ਜਿਹੜਾ ਵਾਈਸ ਪ੍ਰੈਜ਼ੀਡੈਂਟ ਆ ਨਾ, ਉਹ ਆਪਦਾ ਅਸਤੀਫਾ ਕਿਹਨੂੰ ਦਿੰਦਾ? ਪ੍ਰੈਜ਼ੀਡੈਂਟ ਨੂੰ, ਠੀਕ ਹੈ ਜੀ। ਸੋ ਇਹ ਵੀ ਹੋ ਗਿਆ ਆਪਣਾ। ਹੂ ਕੰਡਕਟ ਦਾ ਇਲੈਕਸ਼ਨ ਆਫ ਦਾ ਆਫਿਸ ਆਫ ਦਾ ਪ੍ਰੈਜ਼ੀਡੈਂਟ ਐਂਡ ਵਾਈਸ ਪ੍ਰੈਜ਼ੀਡੈਂਟ ਆਫ ਦਾ ਇੰਡੀਆ? ਕਹਿੰਦਾ ਜੀ ਇਹਨਾਂ ਦੇ ਵਿੱਚੋਂ ਕੌਣ ਆ ਜਿਹੜਾ ਕਿ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਦੇ ਆਫਿਸ ਲਈ ਇਲੈਕਸ਼ਨ ਆਪਣਾ ਕੰਡਕਟ ਕਰਦਾ? ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕਰਦਾ। 324 ਨੰਬਰ ਆਰਟੀਕਲ ਦੇ ਵਿੱਚ, ਇਲੈਕਸ਼ਨ ਕਮਿਸ਼ਨ ਦੇ ਆਰਟੀਕਲ ਦੇ ਵਿੱਚ ਇਹ ਦਰਜ ਆ, ਠੀਕ ਹੈ ਜੀ। ਸੋ ਇਹ ਆਪਣਾ ਹੋ ਗਿਆ ਹੋਇਆ ਜੀ। ਹੁਣ ਆਪਾਂ ਅੱਗੇ ਨਾ ਤੁਹਾਨੂੰ ਮੈਂ ਇਹ ਦਿੱਤੇ ਹੋਏ ਆ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਦੀ ਲਿਸਟ ਦਿੱਤੀ ਹੋਈ ਆ। ਜਿੱਦਾਂ ਕਿ ਰਜਿੰਦਰ ਪ੍ਰਸਾਦ ਆਪਣੇ ਪਹਿਲੇ ਸੀਗੇ, ਠੀਕ ਹੈ ਜੀ, 2 ਵਾਰੀ ਬਣੇ ਸੀ ਰਜਿੰਦਰ ਪ੍ਰਸਾਦ। ਰਾਧਾ ਕ੍ਰਿਸ਼ਨਨ ਹੋ ਗਏ, ਠੀਕ ਆ ਜੀ। ਆਪਣੇ ਜ਼ਾਕਿਰ ਹੁਸੈਨ ਹੋ ਗਏ, ਆਪਣੇ ਜਿੰਨੇ ਵੀ ਸਾਰੇ ਆਪਣੇ ਦਿੱਤੇ ਹੋਏ ਆਪਣੇ ਜਿੰਨੇ ਵੀ ਆਪਣੇ 17 ਦੇ 17 ਜੋ ਆਪਣੇ ਹੈਗੇ ਨੇ, ਠੀਕ ਆ। ਇਸ ਟਾਈਮ ਰਾਮਨਾਥ ਕੋਵਿੰਦ ਨੇ। ਇਹਨਾਂ ਦਾ ਤੁਸੀਂ ਥੋੜ੍ਹਾ ਜਿਹਾ ਨਾ ਓਵਰਵਿਊ ਲੈ ਲਿਓ। ਜਿੱਦਾਂ ਕਿ ਪਹਿਲੇ 3-4 ਰਾਸ਼ਟਰਪਤੀ ਹੁੰਦੇ ਨੇ, ਇਹ ਜ਼ਰੂਰ ਕਰ ਲਿਓ ਤੁਸੀਂ। ਜਿਹੜੇ ਪਹਿਲੇ 4 ਅਤੇ ਜਿਹੜੇ ਆਖਰਲੇ 2-3 ਨੇ, ਇਹ ਜ਼ਰੂਰ ਕਰਦੇ, ਕਿਉਂਕਿ ਨਾ ਕਈ ਵਾਰ ਡਾਇਰੈਕਟ ਕੁਐਸਚਨ ਬਣਦਾ ਵਾ ਪੇਪਰ ਦੇ ਵਿੱਚ ਕਿ ਦੱਸੋ ਮੈਚ ਦੀ ਕਾਲਮ ਦੇ ਵਿੱਚ ਪਹਿਲੇ ਨੰਬਰ 'ਤੇ ਕੌਣ? ਆਹ ਪੇਪਰ ਦੇ ਵਿੱਚ ਬਣਿਆ ਹੋਇਆ ਕੁਐਸਚਨ, ਇਹ ਮੈਂ ਤਾਂ ਐਡ ਕੀਤਾ। ਇਹ ਜੇਲ੍ਹ ਵਾਰਡਨ PSSB ਦੇ ਐਗਜ਼ਾਮ ਦੇ ਵਿੱਚ ਪੇਪਰ 'ਚ ਬਣਿਆ ਸੀ ਕਿ ਦੱਸੋ ਜੀ ਕਿਹੜੇ ਆ ਜਿਹੜੇ ਮਤਲਬ ਲਗਾਤਾਰ ਜਿਹੜੇ ਬਣੇ ਸੀ, ਠੀਕ ਆ, ਪਹਿਲੇ 4 ਰਾਸ਼ਟਰਪਤੀ। ਸੋ ਨੈਕਸਟ ਆ ਗਿਆ, ਹੁਣ ਵਾਈਸ ਪ੍ਰੈਜ਼ੀਡੈਂਟ ਵੀ ਆਪਾਂ ਐਡ ਕੀਤੇ ਹੋਏ ਆ, ਠੀਕ ਆ ਜੀ। ਸੋ ਇਹ ਵੀ 2 ਵਾਰੀ ਬਣੇ ਸੀ ਆਪਣੇ, ਰਾਧਾ ਕ੍ਰਿਸ਼ਨਨ ਜਿਹੜੇ ਸੀਗੇ, ਠੀਕ ਆ ਜੀ। ਜ਼ਾਕਿਰ ਹੁਸੈਨ ਹੋ ਗਏ ਆਪਣੇ, ਠੀਕ ਆ ਜੀ। ਸੋ ਇਹ ਸਾਰਾ ਆਪਣਾ ਤੁਸੀਂ ਚੰਗੀ ਤਰ੍ਹਾਂ ਕਰ ਲੈਣਾ ਵਾ, ਠੀਕ ਆ ਜੀ। ਸੋ ਅੱਗੇ ਆਪਾਂ ਕਰਾਂਗੇ ਜੀ। ਹੁਣ ਨੈਕਸਟ ਸਾਡੇ ਕੋਲੇ ਆ ਗਏ, ਅਤੇ ਕਲਾਸ ਆਪਣੀ ਖਤਮ ਹੋ ਗਈ ਆ, ਠੀਕ ਹੈ ਜੀ। 13 ਨੰਬਰ ਕਲਾਸ ਆਪਣੀ ਕੰਪਲੀਟ ਹੋ ਗਈ ਆ। ਹੁਣ ਆਪਾਂ ਅਗਲੀ ਕਲਾਸ ਕਾਉਂਸਲ ਆਫ ਮਿਨਿਸਟਰ, ਜਿਹਦੇ 'ਚ ਆਪਾਂ ਪ੍ਰਾਈਮ ਮਿਨਿਸਟਰ ਅਤੇ ਉਹਦੀ ਕੈਬਨਿਟ ਪੜ੍ਹਾਂਗੇ, ਠੀਕ ਹੈ ਜੀ। ਸਾਰਾ ਡਿਟੇਲ ਦੇ ਵਿੱਚ ਆਪਾਂ ਕਰਾਂਗੇ, ਠੀਕ ਹੈ ਜੀ। ਸੋ ਆਪਣੀ ਕਲਾਸ ਉਹਦੇ ਨਾਲ ਤੁਸੀਂ ਜੁੜੇ ਰਹੋ। ਲੋਕ ਸਭਾ, ਰਾਜ ਸਭਾ, ਸਾਰਾ ਆਪਾਂ ਪਾਰਲੀਮੈਂਟਰੀ ਸਿਸਟਮ ਪੂਰਾ ਡਿਟੇਲ ਦੇ ਵਿੱਚ ਸਾਰਾ ਕਰਾਂਗੇ, ਠੀਕ ਹੈ ਜੀ। ਜਿਹੜੇ ਐਗਜ਼ੀਕਿਊਟਿਵ ਹੋ ਗਏ ਉਹ ਵੀ ਆਪਾਂ ਸਾਰਾ ਡਿਟੇਲ ਦੇ ਵਿੱਚ ਕਰਾਂਗੇ, ਠੀਕ ਹੈ ਜੀ। ਸੋ ਨੈਕਸਟ ਅਗਰ ਆਪਾਂ ਗੱਲ ਕਰੀਏ ਇਸ ਤੋਂ ਪਹਿਲਾਂ, ਜਾਣੀ ਕਿ ਆਪਾਂ ਐਗਜ਼ੀਕਿਊਟਿਵ ਹੀ ਨਿਬੇੜ ਰਹੇ ਹਾਂ, ਠੀਕ ਹੈ ਜੀ। ਸੋ ਇਹ ਚੈਪਟਰ ਵਾਈਜ਼ ਆ, ਇਹ 151 ਨੰਬਰ ਆਰਟੀਕਲ ਤੱਕ ਦਰਜ ਆ, ਠੀਕ ਹੈ, ਜਿਹੜੇ ਆਪਣਾ ਐਗਜ਼ੀਕਿਊਟਿਵ ਯੂਨੀਅਨ ਦੇ ਵਿੱਚ, ਠੀਕ ਆ। ਸੋ ਹੌਲੀ ਹੌਲੀ ਅੱਗੇ ਵੱਧਦੇ ਆਪਾਂ ਪਾਰਲੀਮੈਂਟਰੀ ਸਿਸਟਮ ਹੋ ਗਿਆ, ਅਟਾਰਨੀ ਜਨਰਲ ਹੋ ਗਿਆ, ਸਾਰਾ ਆਪਾਂ ਪੂਰਾ ਡਿਟੇਲ ਦੇ ਵਿੱਚ ਕਰਾਂਗੇ, ਠੀਕ ਹੈ ਜੀ। ਇਲੈਕਸ਼ਨ ਕਮਿਸ਼ਨ ਹੋ ਗਿਆ, ਸੁਪਰੀਮ ਕੋਰਟ ਹੋ ਗਿਆ, ਹਾਈ ਕੋਰਟ, ਆਰਟੀਕਲ ਵਾਈਜ਼ ਚੱਲਾਂਗੇ, ਠੀਕ ਹੈ ਜੀ, ਅੱਗੇ ਆਪਾਂ। ਸੋ ਆਪਣੇ ਇਸ ਚੈਨਲ ਨੂੰ, ਠੀਕ ਹੈ ਜੀ, ਸਬਸਕ੍ਰਾਈਬ ਕਰ ਲਿਓ, ਸ਼ੇਅਰ ਜ਼ਰੂਰ ਕਰਿਓ, ਠੀਕ ਹੈ। ਜੇ ਤੁਹਾਨੂੰ ਵਧੀਆ ਲੱਗੇ, ਜੇ ਤੁਹਾਨੂੰ PDF ਚਾਹੀਦੀ ਹੈ ਤਾਂ GK ਅਕੈਡਮੀ ਪੰਜਾਬ ਦੇ ਵਿੱਚ ਤੁਹਾਨੂੰ PDF ਵੀ ਮਿਲ ਜਾਏਗੀ, ਠੀਕ ਹੈ ਜੀ। ਸੋ